छाड़ के बिक खाई, माया मोह परम पै भूले, सुतदारा क्यों प्रीत लगाई। एक उत्तम पंथ सुनियो गुर संगत, ते मिलंत जम त्रास मिटाई। एक अरदास पाठ कीरत की, गुरु रामदास राखो शरणाई। राखो शरणाई जी, राखो शरणाई जी, राखो शरणाई जी। राखो शरणाई, राखो शरणाई जी, राखो शरणाई जी। गुण परे एक गुण नहीं, सब गुण परे एक गुण नहीं, सब गुण परे। एक गुण नहीं, अब गुण परे एक गुण नहीं, अब गुण परे। सत्कार योग जुगो जुग अटल
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਬੈਠੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਮਾਈ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓਂ ਆਪੋ ਆਪਣੇ ਦੁਨਿਆਵੀ ਧੰਦੇ ਧੰਦਾਰਾਂ ਤੋਂ ਛੁਟਕਾਰਾ ਪਾ ਕਰਕੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੀਆਂ, ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਲਗਾ ਕੇ ਸਫਲਿਆਂ ਕਰਨ ਦੀ ਖੇਚਲਾ ਜਾਨੀ ਕਿਰਪਾਲਤਾ ਕਰ। ਤਾਂ ਤੇ ਆਓ ਥੋੜਾ ਜਿਹਾ ਸਮਾਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਾਈਏ, ਵਿਚਾਰ ਕਰੀਏ ਅਸੀਂ ਤੁਸੀਂ ਦੁਨੀਆ ਤੇ ਸੰਸਾਰ ਤੇ ਕੀ ਕਰਨ ਵਾਸਤੇ ਆਏ ਹਾਂ, ਕਰ ਕੀ ਰਹੇ ਹਾਂ, ਸਾਨੂੰ ਕਰਨਾ ਕੀ ਚਾਹੀਦਾ ਹੈ। ਸਾਸੰਗ ਦੁਨੀਆ ਦੋ ਰੋਜ਼ ਦਾ ਮੇਲਾ ਹੈ। ਇੱਥੇ ਬੜੇ ਬੜੇ ਰਾਜੇ ਰਾਣੇ, ਤਖਤਾਂ ਤਾਜਾਂ ਦੇ ਮਾਲਕ, ਫੌਜਾਂ ਦੇ ਜਰਨੈਲ, ਰਿਸ਼ੀ ਮੁਨੀ, ਪੀਰ ਪੈਗੰਬਰ, ਸੇਖ ਮਸਾਇਕ ਔਲੀਏ, ਉਹ ਵੀ ਇਸ ਧਰਤੀ ਤੇ ਇੱਕ ਦਿਨ ਆਏ ਤੇ ਇੱਕ ਦਿਨ ਇਸ ਧਰਤੀ ਤੋਂ ਚਲੇ ਗਏ, ਜਿਹੜੇ ਇਸ ਧਰਤੀ ਨੂੰ ਕਾਗਜ਼ ਦੀ ਤਰ੍ਹਾਂ ਲਪੇਟਣ ਨੂੰ ਸਮਰੱਥ ਸਨ। ਇੱਥੇ ਜੋ ਵੀ ਆਇਆ ਉਹ ਜਾਣ ਵਾਸਤੇ ਆਇਆ, ਇੱਥੇ ਰਹਿਣ ਵਾਸਤੇ ਨਹੀਂ ਆਇਆ। ਵੈਸੇ ਵੀ ਜੇ ਵਿਚਾਰ ਕਰਕੇ ਵੇਖਿਆ ਜਾਵੇ, ਇਹ ਸਰੀਰ ਜਨਮ ਧਾਰਨ ਕਰਨ ਤੋਂ ਪਹਿਲਾਂ ਸਾਡੇ ਕੋਲ ਨਹੀਂ ਸੀ, ਇਹ ਸਰੀਰ ਮਰਨ ਤੋਂ ਬਾਅਦ ਵੀ ਸਾਡੇ ਕੋਲ ਨਹੀਂ ਰਹਿਣਾ। ਜਨਮ ਸਮੇਂ ਤੋਂ ਲੈ ਕੇ ਮਰਨ ਸਮੇਂ ਦੇ ਵਿਚਕਾਰ ਦਾ ਸਮਾਂ ਜਿਹੜਾ ਉਹ ਸਾਨੂੰ ਆਪਣਾ ਜੀਵਨ ਬਣਾਉਣ ਵਾਸਤੇ ਮਿਲਿਆ। ਗੁਰੂ ਕੀ ਸੰਗਤ, ਜਿਹੜਾ ਸਰੀਰ ਸਾਡੇ ਕੋਲ ਜਨਮ ਧਾਰਨ ਕਰਨ ਤੋਂ ਪਹਿਲਾਂ ਵੀ ਸੀ, ਪਹਿਲਾਂ ਵੀ ਨਹੀਂ ਸੀ, ਮਰਨ ਤੋਂ ਬਾਅਦ ਵੀ ਨਹੀਂ ਰਹਿਣਾ, ਫਿਰ ਇਹ ਸਰੀਰ ਮਿਲਿਆ ਕਾਹਦੇ ਲਈ? ਹਜ਼ੂਰ ਫਰਮਾਉਂਦੇ ਨੇ, ਇਹ ਜੀਵਨ, ਇਹ ਸਰੀਰ ਸਿਰਫ ਤੇ ਸਿਰਫ ਤੈਨੂੰ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਨ ਵਾਸਤੇ ਮਿਲਿਆ। ਅੱਜ ਤੋਂ ਕਰੀਬ 550 ਸਾਲ ਪਹਿਲਾਂ ਨਿਰੰਕਾਰ ਨੇ, ਪਰਮੇਸ਼ਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕਰਕੇ 9 ਖੰਡ ਧਰਤੀ 7 ਦੀਪਾਂ ਦਾ ਚੱਕਰ ਲਗਾਇਆ। ਕਦੇ ਰਾਜਿਆਂ ਦੇ, ਕਦੇ ਰਾਣਿਆਂ ਦੇ, ਕਦੇ ਅਮੀਰਾਂ ਦੇ, ਕਦੇ ਗਰੀਬਾਂ ਦੇ ਘਰੇ ਜਾ ਕੇ ਪਰਮੇਸ਼ਰ ਤੋਂ ਭੁੱਲੀਆਂ ਰੂਹਾਂ ਨੂੰ ਪਰਮੇਸ਼ਰ ਚਰਨਾਂ ਨਾਲ ਜੋੜੇ। ਸਾਸੋ ਪਰਮੇਸ਼ਰ ਦੇ ਦੋ ਹੀ ਸਰੂਪ ਹਨ, ਇੱਕ ਸਰਗਨ, ਦੂਜਾ ਨਿਰਗਨ। ਨਿਰਗਨ ਉਹਨੂੰ ਕਹਿੰਦੇ ਨੇ ਜਿਹੜਾ ਇਹਨਾਂ ਅੱਖਾਂ ਨੂੰ ਨਜ਼ਰ ਨਹੀਂ ਆਉਂਦਾ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਸਾਧ ਸੰਗਤ ਜੀ, ਜਿਵੇਂ ਬਰਫ਼ ਹੈ, ਜਿਹੜੀ ਬਰਫ਼ ਨੂੰ ਸਰਗੁਣ ਮੰਨ ਲਓ, ਪਾਣੀ ਨਿਰਗੁਣ ਮੰਨ ਲਓ। ਸਾਸੋਂ ਬਰਫ਼ ਪਾਣੀ ਵੀ ਹੈ, ਪਾਣੀ ਬਰਫ਼ ਵੀ ਹੈ। ਬਰਫ਼ ਪਾਣੀ ਤੋਂ ਬਣਦੀ ਹੈ, ਪਾਣੀ ਬਰਫ਼ ਤੋਂ ਹੈ, ਬਰਫ਼ ਪਾਣੀ ਤੋਂ। ਜਿਹੜਾ ਸਰਗੁਣ ਹੈ ਉਹ ਨਿਰਗੁਣ ਤੋਂ ਹੈ, ਨਿਰਗੁਣ ਸਰਗੁਣ। ਯਾਨੀ ਗੁਰੂ ਕੀ ਸੰਗਤ ਗੁਰੂ ਨਾਨਕ ਜੀ ਤੋਂ ਲਾ ਕੇ 10 ਸਰੂਪਾਂ ਦੇ ਵਿੱਚ ਨਿਰੰਕਾਰ ਆਪ ਵਿਚਰਿਆ। ਜੇਕਰ ਵਿਚਾਰ ਕਰਕੇ ਵੇਖਿਆ ਜਾਏ, ਗੁਰੂ ਕੀ ਸੰਗਤ ਗੁਰੂ ਇੱਕ ਰਿਹਾ, ਬਾਕੀ ਤਾਂ 9 ਜਾਮਿਆਂ ਦੇ ਵਿੱਚ ਗੁਰੂ ਸਿੱਖ ਰੂਪ ਹੋ ਕੇ ਵਿਚਰਿਆ। ਕਹੋ ਹੈ ਬਾਬਾ ਲਹਿਣਾ ਜੀ ਗੁਰੂ ਨਾਨਕ ਜੀ ਦੇ ਚਰਨੀ ਲੱਗੇ, ਸਿੱਖ ਰੂਪ ਹੋ ਕੇ ਲੱਗੇ। ਗੱਲ ਕਿੱਥੇ ਨਿਬੜੀ? ਗੁਰੂ ਕੀ ਸੰਗਤ ਗੁਰੂ ਰੂਪ ਹੋ ਕੇ ਨਿਬੜੀ। ਪਾਣੀ ਦੀ ਬੂੰਦ ਜਿਹੜੀ ਸਮੁੰਦਰ ਤੋਂ ਵਿਛੜੀ ਹੈ, ਪਾਣੀ ਦੀ ਬੂੰਦ ਨੇ ਸਮੁੰਦਰ ਦੇ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਬਣ ਜਾਣਾ। ਸਿੱਖ ਗੁਰੂ ਤੋਂ ਵਿਛੜੇ, ਇਹਨੇ ਗੁਰੂ ਚ ਮਿਲ ਕੇ ਗੁਰੂ ਦੇ ਵਿੱਚ ਅਭੇਦ ਹੋ ਜਾਣਾ ਹੈ। ਤਦੇ ਦੱਸਣਾ ਕੀਤਾ, ਐਵੇਂ ਨਹੀਂ ਸੀ ਦਸ਼ਮੇਸ਼ ਜੀ ਨੇ ਕਿਹਾ, ਖਾਲਸੋ ਹੂੰ ਮੇਰਾ ਰੂਪ ਖਾਸ, ਖਾਲਸੋ ਹੂੰ ਮੈਂ ਕਰੂ ਨਿਵਾਸ ਸਾਧ ਹਰ ਹਰ ਦੁਜਨ ਏਕ ਹੈ, ਦੋ ਨਹੀਂ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਹੇ। 9 ਸਰੂਪਾਂ ਦੇ ਵਿੱਚ, ਬਾਕੀ ਦੇ 9 ਸਰੂਪਾਂ ਦੇ ਵਿੱਚ ਗੁਰੂ ਸਿੱਖ ਰੂਪ ਹੋ ਕੇ ਖਾਲਸਾ ਜੀ ਵਿਚਰਿਆ। ਤੂੰ ਆਪੇ ਠਾਕਰ, ਆਪੇ ਸੇਵਕ, ਕਿਆ ਨਾਨਕ ਜੰਤ ਵਿਚਾਰਾ। ਗੁਰੂ ਕੀ ਸੰਗਤ, ਕਿਤੇ ਗੁਰੂ ਕਿਤੇ ਸਿੱਖ, ਕਿਤੇ ਗੁਰੂ ਕਿਤੇ ਸਿੱਖ, ਕਿਤੇ ਗੁਰੂ ਕਿਤੇ ਸਿੱਖ, ਪਰ ਗੱਲ ਇੱਕ ਤੇ ਨਿਬੜਦੀ ਰਹੀ। ਕਹੋ ਵਾਹਿਗੁਰੂ, ਗੱਲ ਇੱਕ ਤੇ ਨਿਬੜਦੀ ਰਹੀ। ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨੀ ਲੱਗੇ, ਸਿੱਖ ਰੂਪ ਹੋ ਕੇ ਲੱਗੇ, ਸਿੱਖ ਹੋ ਕੇ ਲੱਗੇ, ਪਰ ਗੱਲ ਕਿੱਥੇ ਨਿਬੜੀ? ਗੁਰੂ ਤੇ ਹੋ ਕੇ ਨਿਬੜੀ। 704 ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ, ਮਾਫ ਕਰਨਾ, 4ਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਜਦੋਂ ਲੱਗੇ, ਸਿੱਖ ਰੂਪ ਹੋ ਕੇ ਲੱਗੇ, ਪਰ 9 ਸਰੂਪ ਤੇ ਗੱਲ ਕਿੱਥੇ ਨਿਬੜੀ? ਗੁਰੂ ਹੋ ਕੇ ਨਿਬੜੀ। ਖਾਲਸਾ ਜੀ 9 ਸਰੂਪਾਂ ਦੇ ਵਿੱਚ ਗੁਰੂ
सानू दसदा रहा, कहो वाहिगुरू, सानू दसदा रहा, किते सिख बन के दसदा रहा कि सिख इहो जिहा हुंदा, सिख इहो जिहा हुंदा, सिख इहो जिहे नहीं हुंदे, सिख सिखां नूं प्यार करदे हन, सत्संग सिख सिखां दी निंदा नहीं करिया करदे, सिख सिखां नूं प्यार करदे हन। जो दीसे गुर सिखड़ा तिस निव निव लागा पाए जियो, गुरु की संगत सिख सिख नूं प्यार करदा, जिवें सिख सिख नूं प्यार करदा जिवें सके भरावां दा प्यार हुंदा। सके भरावां दा प्यार भी की है, ਇਹ ਵੀ ਲੈਣ ਦੇਣ ਦੇ ਪਿਆਰ ਹਨ, ਰਿਸ਼ਤੇਦਾਰੀਆਂ ਸੰਬੰਧੀ ਜਿਹੜੇ ਸੰਬੰਧ ਹਨ ਇਹ ਤਾਂ ਲੈਣ ਦੇਣ ਦੇ ਪਿਆਰ ਹਨ। ਗੁਰੂ ਕੀ ਸੰਗ ਭਰਾ ਭਰਾ ਪ੍ਰਾਪਰਟੀਆਂ ਜਦੋਂ ਜਾਇਦਾਦਾਂ ਦੇ ਪਿੱਛੇ ਲੜਦੇ ਦੇਖੇ ਨੇ, ਪਰ ਸਿੱਖ ਦਾ ਸਿੱਖ ਨਾਲ ਪਿਆਰ ਸਕੇ ਭਰਾਵਾਂ ਤੋਂ ਵੀ ਵੱਧ ਪਿਆਰ ਹੋਇਆ ਕਰਦਾ ਹੈ। ਏਕ ਪਿਤਾ ਏਕ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ, ਸਿੱਖੀ ਹੈ ਤਿੱਖੀ, ਪਰ ਜਿੰਨਾ ਕੋਈ ਸਿੱਖੀ ਦੇ ਰਾਹ ਤੇ ਚੱਲਦਾ ਸਿੱਖੀ ਮਿੱਠੀ ਹੁੰਦੀ ਜਾਂਦੀ ਹੈ। ਤਿੱਖੀ ਹੈ ਤਿੱਖੀ ਹੈ ਤਿੱਖੀ, ਪਰ ਜਿਹੜਾ ਚੱਲਦਾ ਉਹਦੇ ਵਾਸਤੇ ਸਿੱਖੀ ਮਿੱਠੀ ਹੁੰਦੀ ਜਾਂਦੀ ਹੈ। ਗੁਰੂ ਕੀ ਸੰਗਤ ਜਿਹੜਾ ਇਸ ਮਾਰਗ ਤੇ ਚੱਲਦਾ, ਇਸ ਰਾਹ ਤੇ ਚੱਲਦਾ, ਕਿਹਾ ਤਾਂ ਹੈ ਭਗਤਾਂ ਕੀ ਚਾਲ ਰਾਲੀ, ਚਾਲਾ ਤਨਰਾਲੀ ਭਗਤਾਂ ਕੇਰੀ ਬਿਖ ਮਾਰ ਕੇ ਚੱਲਣਾ। ਇਹ ਨਹੀਂ ਹੈ ਸਿੱਖੀ ਕੀ ਕਿ ਬੈਠ ਕੇ ਤੁਸੀਂ ਕਿਸੇ ਨਿੰਦਾ ਕਰੀ ਜਾਓ, ਕਿਸੇ ਦੀ ਚੁਗਲੀ ਕਰੀ ਜਾਓ, ਕਿਸੇ ਕਿਚ ਪਿਚ ਕਰੀ ਜਾਓ, ਇਹ ਨਹੀਂ ਹੈ ਗੁਰੂ ਕੀ ਸੰਗਤ। ਸਿੱਖੀ ਕੋਈ ਸਟੇਜਾਂ ਤੋਂ ਸ਼ੁਰੂ ਨਹੀਂ ਹੁੰਦੀ, ਸਿੱਖੀ ਸਟੇਜਾਂ ਤੋਂ ਸ਼ੁਰੂ ਨਹੀਂ ਹੁੰਦੀ। ਉਦੋਂ ਤਾਂ ਮੇਰੇ ਵਰਗੇ ਵੀ ਇੱਥੇ ਮੈਂ ਵੀ ਬੋਲ ਜਾਂਦਾ, ਸਾਧ ਸੰਗਤ ਜੀ ਮਾਫ ਕਰਨਾ, ਪੜਿਆ ਹੋਵੇ ਗੁਨੇਗਾਰ ਤਾਂ ਉਮੀ ਸਾਧਨਾ ਮਾਰੀਏ। ਪੜਿਆ ਲਿਖਿਆ ਗਲਤੀ ਕਰ ਸਕਦਾ, ਪਰ ਅਨਪੜ੍ਹ ਜਿਹੜਾ ਗੁਰੂ ਕੀ ਸੰਗਤ ਦੀ ਗਲਤੀ ਪੜਿਆ ਲਿਖਿਆ ਕਰੇ ਤਾਂ ਮਾਰ ਕੁਟਾਈ ਅਨਪੜ੍ਹ ਦੀ ਨਹੀਂ ਹੋਣੀ ਚਾਹੀਦੀ। ਪਰ ਜਰਾ ਧਿਆਨ ਦੇਣਾ ਪਵੇਗਾ, ਸਿੱਖੀ ਸਟੇਜਾਂ ਤੋਂ ਸ਼ੁਰੂ ਨਹੀਂ ਹੁੰਦੀ, ਸਿੱਖੀ ਸ਼ੁਰੂ ਹੁੰਦੀ ਸਾਧ ਸੰਗਤ ਦੇ ਝੂਠੇ ਭਾਂਡਿਆਂ ਤੋਂ। ਸਾਧ ਸੰਗਤ ਦੇ ਝੂਠੇ ਭਾਂਡੇ ਮਾਂਜਣ ਤੋਂ ਸਿੱਖੀ ਸ਼ੁਰੂ ਹੁੰਦੀ ਹੈ। ਸਾਧ ਸੰਗਤ ਦੇ ਜੋੜੇ ਝਾੜਨ ਤੋਂ ਸਿੱਖੀ ਸ਼ੁਰੂ ਹੁੰਦੀ ਹੈ। ਲਾਲੋ ਤੇ ਖਾਣ ਦੇ ਘਰੋਂ ਕਹਿ ਦਿਓ ਵਾਹਿਗੁਰੂ, ਸਿੱਖੀ ਸ਼ੁਰੂ ਹੁੰਦੀ ਹੈ ਭੁੱਖੇ ਨੂੰ ਅੰਨ ਖਵਾ ਕੇ। ਬਾਬਾ ਕੋਈ 20 ਰੁਪਏ ਲੈ ਕੇ ਬਿਜ਼ਨਸ ਥੋੜਾ ਕਰਨ ਗਿਆ ਸੀ, ਕਹੋ ਵਾਹਿਗੁਰੂ। ਬਾਬਾ ਨਾਨਕ ਕੋਈ 20 ਰੁਪਏ ਲੈ ਕੇ ਬਿਜ਼ਨਸ ਥੋੜਾ ਕਰਨ ਵਾਸਤੇ ਗਿਆ ਸੀ। ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਉਣਾ, ਉਹਦੇ ਪਿੱਛੇ ਮਿਲਦੀਆਂ ਕੀ ਨੇ? ਆਪਣੇ ਪਿਤਾ ਦੀਆਂ ਚਪੇੜਾਂ। ਗੁਰੂ ਕੀ ਸੰਗ ਸਿੱਖੀ ਇੱਕ ਉਹ ਫਲਦਾਰ ਬੂਟਾ ਹੈ, ਜਿਵੇਂ ਕਿਸੇ ਬੂਟੇ ਦੇ ਉੱਤੇ ਫਲ ਲੱਗਦੇ ਨੇ, ਜਿਵੇਂ ਜਿੰਨਾ ਫਲ ਮੋਟਾ ਹੁੰਦਾ ਉਹਦੀਆਂ ਟਾਹਣੀਆਂ ਝੁਕਦੀਆਂ ਜਾਂਦੀਆਂ ਨੇ, ਉਹਦੀਆਂ ਟਾਹਣੀਆਂ ਨੀਵੀਆਂ ਹੁੰਦੀਆਂ ਜਾਂਦੀਆਂ ਨੇ। ਇਸ ਤਰ੍ਹਾਂ ਸਿੱਖ ਤੇ ਜਿੰਨੀ ਬਖਸ਼ਿਸ਼ ਹੁੰਦੀ ਉਹ ਨੀਵਾ ਹੁੰਦਾ ਜਾਂਦਾ। ਖਾਲਸਾ ਜੀ, ਉਹ ਤਦੇ ਤਾਂ ਕਿਹਾ ਨਾ, ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤੱਤੀ, ਵਾਓ ਜੀਓ ਗੁਰੂ ਕੀ ਸੰਗਤ। ਉਹ ਜਿੰਨੀ ਬਖਸ਼ਿਸ਼ ਹੁੰਦੀ ਹੈ ਉਹਨਾਂ ਨੀਵਾ ਹੁੰਦਾ ਜਾਂਦਾ ਗੁਰੂ ਕੀ ਸੰਗਤ। ਗੁਰਸਿੱਖ ਬੱਲੇ ਬੱਲੇ ਬੱਲੇ। ਸਿੱਖ ਨੇ ਤੇ ਦੁਸ਼ਮਣਾਂ ਨੂੰ ਵੀ ਪਿਆਰ ਕੀਤਾ, ਕਹਿ ਦਿਓ ਵਾਹਿਗੁਰੂ। ਇੱਕ ਸਿੱਖ ਨੇ ਪਿਆਰ ਕੀਤਾ ਸੀ ਭਾਈ ਕਨ੍ਹਈਆ, ਸਿੱਖ ਦੀਆਂ ਅੱਖਾਂ ਦੇ ਵਿੱਚ ਗੁਰੂ, ਕਹਿ ਦਿਓ ਵਾਹਿਗੁਰੂ। ਇਹ ਜਗਤ ਹਰ ਕਾ ਰੂਪ ਹੈ, ਜਦ ਸੰਸਾਰ ਨੂੰ ਹਰੀ ਦੀ ਦ੍ਰਿਸ਼ਟੀ ਨਾਲ ਵੇਖੇਗਾ ਕਿਹਦੀ ਨਿੰਦਾ ਕਰੇਗਾ, ਕਿਹਦੀ ਨਿੰਦਾ ਕਰੇਗਾ। ਸਿੱਖੀ ਪੜ੍ਹ ਕੇ ਦੇਖੋ, ਹਮ ਨਹੀਂ ਚੰਗੇ, ਕੋਈ ਨਹੀਂ ਬੁਰਾ ਬਣਨ ਵਾਸਤੇ ਤਿਆਰ, ਹਮ ਨਹੀਂ ਚੰਗੇ। ਕਿਵੇਂ ਨਾ ਭਗਤਾਂ ਦੀ ਬਾਣੀ ਦਾ ਸਿਧਾਂਤ ਗੁਰੂ ਸਾਹਿਬ ਦੀ ਬਾਣੀ ਨਾਲ ਮਿਲਦਾ ਹੈ, ਹਮ ਨਹੀਂ ਚੰਗੇ। ਗੁਰੂ ਨਾਨਕ ਜੀ ਕਹਿੰਦੇ ਨੇ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਪਰ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਸਭ ਤੇ ਹਮ ਬੁਰੇ। ਕੋਈ ਬੁਰਾ ਬਣਨ ਵਾਸਤੇ ਤਿਆਰ ਹੈ? ਕੋਈ ਤਿਆਰ ਹੈ? ਕੋਈ ਬੁਰਾ ਬਣਨ ਵਾਸਤੇ ਤਿਆਰ ਹੈ? ਨਹੀਂ ਤਿਆਰ। ਕਬੀਰ ਸਭ ਤੇ ਹਮ ਬੁਰੇ, ਹਮ ਬੁਰੇ। ਕਦੇ ਕਹਿ ਕੇ ਤੇ ਦੇਖੋ, ਕਦੇ ਪੜ੍ਹ ਕੇ ਤੇ ਦੇਖੋ, ਕਦੇ ਚੱਲ ਕੇ ਤੇ ਦੇਖੋ। ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ, ਬਹੁਤ ਔਖੀ ਗੱਲ ਹੈ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭੜੋ ਸਭ ਕੋਏ। ਮਾਫ ਕਰਨਾ ਗੁਰੂ ਕੀ ਸੰਗਤ। ਇੱਥੇ ਤਾਂ ਮੇਰੇ ਵਰਗਾ ਗ੍ਰੰਥੀਆਂ ਦੀ ਬੇਇੱਜ਼ਤੀ ਕਰਕੇ ਤੁਰ ਜਾਂਦਾ। ਕਦੇ ਰਾਗੀਆਂ ਸਿੰਘਾਂ ਨੂੰ ਕੀ ਪਤਾ, ਇਹਨਾਂ ਢਾਡੀਆਂ ਨੂੰ ਕੀ ਪਤਾ, ਇਹਨਾਂ ਨੂੰ ਕੀ ਪਤਾ। ਗੁਰੂ ਕੀ ਸੰਗਤ ਮਾਫ ਕਰਨਾ ਜਰਾ, ਇਹ ਰਾਗੀ ਸਿੰਘ, ਇਹ ਕੀਰਤਨੀ ਹੈ, ਇਹ ਗੁਰੂ ਘਰ ਦੇ ਗ੍ਰੰਥੀ ਸਿੰਘ, ਇਹ ਢਾਡੀ ਸਿੰਘ। ਮਾਫ ਕਰਨਾ ਕਵੀ ਕਵੀਸ਼ਰ, ਗੁਰਮਤ ਦੀ ਗੱਲ ਕਰਨ ਵਾਲੇ, ਮੁੱਕ ਦੀ ਗੱਲ ਕੀ ਗੁਰੂ ਦੀ ਗੱਲ ਕਰਨ ਵਾਲੇ, ਕਹਿ ਦਿਓ ਵਾਹਿਗੁਰੂ। ਇਹ ਸਿੱਖੀ ਦੇ ਪਰ ਹਨ। ਜਿਹੜੇ ਪੰਛੀ ਦੇ ਪਰ ਨਾ ਹੋਣ, ਪੰਛੀ ਕਿਵੇਂ ਉੱਡੇਗਾ? ਕਹੋ ਵਾਹਿਗੁਰੂ। ਪੰਛੀ ਕਿਵੇਂ ਉੱਡੇਗਾ ਜੇ ਕੋਈ ਗੁਰਮਤ ਦੀ ਗੱਲ ਕਰਨ ਵਾਲਾ ਹੀ ਨਾ ਰਿਹਾ, ਤੇ ਜੇ ਕੋਈ ਗੁਰੂ ਦੀ ਗੱਲ ਨਾ ਕਰਨ ਵਾਲਾ ਰਿਹਾ ਤਾਂ ਸਿੱਖੀ ਅੱਗੇ ਕਿਵੇਂ ਵਧੇਗੀ? ਕਹਿ ਦਿਓ ਵਾਹਿਗੁਰੂ। 52 ਕਵੀ ਗੁਰੂ ਗੋਬਿੰਦ ਸਮਾਰ ਨੇ ਆਪਣੇ ਦਰਬਾਰ ਦੇ ਵਿੱਚ ਰੱਖੇ ਸਨ। ਕਾਹਦੇ ਵਾਸਤੇ ਰੱਖੇ ਸਨ? ਉਹ 52 ਕਵੀ ਗੁਰੂ ਸਭ ਕਵੀਆਂ ਦਾ ਕਿੰਨਾ ਸਤਿਕਾਰ ਕਰਦੇ ਸੀ। ਕਦੇ ਪੜ੍ਹ ਕੇ ਵੇਖੋ ਖਾਲਸਾ ਜੀ, ਮਾਫ ਕਰਨਾ, ਕਿੰਨਾ ਕਵੀਆਂ ਦਾ ਸਤਿਕਾਰ ਕਰਦੇ ਸੀ। 52 ਕਵੀ ਕਾਹਦੇ ਲਈ ਰੱਖੇ ਸਨ?
कि ਇਹ ਗੁਰੂ ਦੀ ਗੱਲ ਕਰਨਗੇ, ਇਹ ਸਿੱਖੀ ਦੀ ਗੱਲ ਕਰਨਗੇ। ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਦਾ ਪਹਿਲਾ ਢਾਡੀ ਅਫਜ਼ਲ ਗੁਫਾਰ ਯਾਦ ਦਾ ਮੁਸਲਮਾਨ ਸੀ। ਖਾਲਸਾ ਜੀ ਕਹਿ ਦਿਓ ਵਾਹਿਗੁਰੂ। ਕਿਸੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਫਜ਼ਲ ਗੁਫਾਰ ਦੀਆਂ ਵਾਰਾਂ ਤੇ ਖੁਸ਼ ਹੋ ਕੇ ਨਾ ਇਹਨੂੰ 2 ਘੋੜੇ ਸੋਨੇ ਦੀਆਂ ਮੋਹਰਾਂ ਨਾਲ ਲੱਦ ਕੇ ਇਨਾਮ ਵਜੋਂ ਦਿੱਤੇ ਸਨ। ਖਾਲਸਾ ਜੀ ਕਹਿ ਦਿਓ ਵਾਹਿਗੁਰੂ। ਕਿੰਨਾ ਸਦਕਾ। ਐਵੇਂ ਥੋੜਾ ਕਿ ਭਲੋ ਭਲੋ ਰੇ ਕੀਰਤਨੀਆਂ, ਐਵੇਂ ਥੋੜਾ ਕਿ ਭਲੋ ਭਲੋ ਰੇ ਕੀਰਤਨੀਆਂ। ਇਹਨਾਂ ਤੇ ਗੁਰੂ ਦੀ ਗੱਲ ਕਰਨੀ ਹੈ। ਸੰਤ ਬਾਬਾ ਈਸ਼ਰ ਸਮਰਾਲੇ ਵਾਲੇ, ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਭਿੰਡਰਾਂ ਵਾਲੇ, ਦਮਦਮੀ ਟਕਸਾਲ ਦੇ ਮੁਖੀ ਆਪਣੇ ਸਮੇਂ 'ਚ ਬ੍ਰਹਮ ਗਿਆਨੀ ਸੰਤ ਕਰਤਾਰ ਸਿੰਘ, ਮੌਜੂਦਾ ਸਮੇਂ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ। ਸਾਰੀ ਜ਼ਿੰਦਗੀ ਮਹਾਂਪੁਰਖਾਂ ਨੇ, ਜਿਹੜੇ ਮਹਾਂਪੁਰਖਾਂ ਦਾ ਦਾਸ ਨੇ ਜ਼ਿਕਰ ਕੀਤਾ। ਇਵਨ ਦੈਨ ਕੀ ਸੰਤ ਬਾਬਾ ਅਤਰ ਸਿੰਘ ਮਸਤੂਆਣਾ, ਵੱਡੀਆਂ ਵੱਡੀਆਂ ਜਿੰਨੀਆਂ ਵੀ ਹਸਤੀਆਂ ਹੋਈਆਂ ਨੇ, ਇਹਨਾਂ ਮਹਾਂਪੁਰਸ਼ਾਂ ਨੇ ਕਦੇ ਵੀ ਗ੍ਰੰਥੀ ਸਿੰਘ ਤੋਂ ਬਿਨਾਂ ਕਦੇ ਕਿਸੇ ਪ੍ਰਧਾਨ ਜਾਂ ਸੈਕਟਰੀ ਦੇ ਪਾਸੋਂ ਸਿਰੋਂ ਪਾ ਨਹੀਂ ਸੀ ਲਿਆ। ਖਾਲਸਾ ਇਹ ਮਹਾਂਪੁਰਸ਼ ਕਿਆ ਕਰਦੇ ਸਨ ਕਿ ਜਿਹੜਾ ਕਿਹਾ ਕੀ ਕਰਦੇ ਸਨ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਸੀ ਕਿ ਜਿਹੜਾ ਗ੍ਰੰਥੀ ਸਿੰਘ ਹੈ ਉਹ ਗੁਰੂ ਦਾ ਵਜ਼ੀਰ ਹੈ। ਵਜ਼ੀਰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੀ ਕਿ ਜਿਹੜਾ ਗ੍ਰੰਥੀ ਸਿੰਘ ਹੈ ਉਹ ਵਜ਼ੀਰ ਹੈ। ਵਜ਼ੀਰ ਗੁਰੂ ਘਰ ਦੇ ਵਿੱਚ ਮਾਫ ਕਰਨਾ, ਜਿਵੇਂ ਰਾਜੇ ਦੇ ਹੁਕਮ ਨੂੰ ਕਿਤੇ ਲੜਾਈ ਹੋ ਜੇ ਨਾ ਤਾਂ ਜਰਨੈਲ ਰਾਜੇ ਦੇ ਹੁਕਮ ਨੂੰ ਸੁਣਾਉਂਦਾ। ਮਾਫ ਕਰਨਾ, ਰਾਜੇ ਦੇ ਹੁਕਮ ਨੂੰ ਜਰਨੈਲ ਸੁਣਾਉਂਦਾ, ਜਾਂ ਰਾਜੇ ਦਾ ਜਿਹੜਾ ਡਿਫੈਂਸ ਮਿਨਿਸਟਰ ਹੁੰਦਾ ਨਾ, ਵਜ਼ੀਰ ਕਹਿ ਲਓ, ਉਹ ਸਾਧ ਸੰਗਤ ਜੀ ਅੱਗੇ ਫੌਜਾਂ ਨੂੰ ਹੁਕਮ ਸੁਣਾਉਂਦਾ। ਜਿਵੇਂ ਰਾਜੇ ਦੇ ਹੁਕਮ ਨੂੰ ਅੱਗੇ ਵਜ਼ੀਰ ਸੁਣਾਉਂਦਾ ਨਾ, ਇਹਨੇ ਗੁਰੂ ਦੇ ਹੁਕਮ ਨੂੰ ਗ੍ਰੰਥੀ ਸਿੰਘ ਸੁਣਾਉਂਦਾ। ਜਦੋਂ ਹੁਕਮਨਾਮਾ ਲਿਆ ਜਾਂਦਾ ਗੁਰੂ ਦਾ ਹੁਕਮ ਹੈ। ਖਾਲਸਾ ਜੀ ਕਹਿ ਦਿਓ ਵਾਹਿਗੁਰੂ। ਕਹਿ ਦਿਓ ਵਾਹਿਗੁਰੂ। ਮਾਫ ਕਰਨਾ ਗੁਰੂ ਕੀ ਸੰਗਤ। ਅੱਜ ਕੱਲ ਅਸੀਂ ਕਹਿੰਦੇ ਦੇਖੇ ਨੇ, ਉਹ ਗ੍ਰੰਥੀ ਸਿੰਘ ਜੀ ਆਹ ਜਿਹੜੇ ਕੰਟਰੀਆਂ ਦੇ ਵਿੱਚ ਬੈਠੇ ਆ, ਦਾਸ ਨੇ ਪਰਸੋਂ ਕੀ ਕੀਰਤਨ ਚ ਗੱਲ ਕਹੀ ਸੀ। ਖਾਲਸਾ ਜੀ ਕੌਮਾਂ ਐਵੇਂ ਨਹੀਂ ਅੱਗੇ ਵੱਧਦੀਆਂ। ਅਮਰੀਕਾ, ਕੈਨੇਡਾ, ਇੰਗਲੈਂਡ ਵਰਗੇ ਕੰਟਰੀਆਂ ਦੇ ਵਿੱਚ ਇੱਥੇ ਦਾ ਪੋਪ ਕਹਿ ਲਓ, ਪ੍ਰੀਸਟ ਕਹਿ ਲਓ, ਖਾਲਸਾ ਜੀ 7ਵੇਂ ਦਿਨ ਸੰਡੇ ਵਾਲੇ ਦਿਨ 15 ਮਿੰਟ ਲੈਕਚਰ ਦਿੰਦਾ। ਉਹਨੂੰ ਗੌਰਮੈਂਟ ਦੀ ਤਰਫੋਂ ਗੱਡੀ ਫ੍ਰੀ, ਉਹਦੇ ਪਰਿਵਾਰ ਦੇ ਬੱਚਿਆਂ ਦੀ ਐਜੂਕੇਸ਼ਨ ਫ੍ਰੀ। ਉਹ ਜਿੰਨਾ ਮਰਜ਼ੀ ਖਰਚ ਕਰ ਦੇਵੇ, ਉਹਦਾ ਸਾਰਾ ਖਰਚ ਗੌਰਮੈਂਟ ਦੇ ਤਰਫੋਂ ਦਿੱਤਾ ਜਾਂਦਾ। ਪਰ ਬਦਕਿਸਮਤੀ ਸਾਡੇ ਗੁਰੂ ਘਰ ਦਾ ਗ੍ਰੰਥੀ ਸਿੰਘ ਸਾਰੀ ਜ਼ਿੰਦਗੀ ਲੋਕਾਂ ਦੇ ਘਰ ਡੋਲੂ ਖੜਕਾਉਂਦਾ ਹੀ ਚਲਾ ਜਾਂਦਾ। ਖਾਲਸਾ ਜੀ ਕਹਦੇ ਮੈਂ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਵਾਲਾ ਗ੍ਰੰਥੀ ਸਿੰਘ ਇਹ ਵਾਧੂ ਨਹੀਂ। ਮਾਫ ਕਰਨਾ ਖਾਲਸਾ ਜੀ, ਉੱਥੇ ਸਿੱਖਾਂ ਦਾ ਘਾਟਾ ਨਹੀਂ ਸੀ। ਇਹ ਬੜੀ ਉੱਚੀ ਤੇ ਸੁੱਚੀ ਪਦਵੀ ਹੈ। ਇੱਕ ਵਾਰੀ ਫੇਰ ਕਹਿ ਦਿਓ ਵਾਹਿਗੁਰੂ। ਇੱਕ ਵਾਰੀ ਫੇਰ ਕਹਿ ਦਿਓ ਵਾਹਿਗੁਰੂ। ਇਹ ਬੜੀ ਉੱਚੀ ਤੇ ਸੁੱਚੀ ਪਦਵੀ ਹੈ। ਜਦੋਂ ਹਰਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪਹਿਲੀ ਵਾਰੀ ਪ੍ਰਕਾਸ਼ ਕੀਤੇ ਗਏ, ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨੀ, ਜਿਨ੍ਹਾਂ ਦੇ ਬਾਰੇ ਗੁਰੂ ਨਾਨਕ ਜੀ ਨੇ ਕਿਹਾ ਸੀ ਬਾਬਾ ਬੁੱਢਾ ਜੀ ਗੁਰੂ ਘਰ ਦੇ ਵਿੱਚ ਸਿੱਖੀ ਦਾ ਥੰਮ ਹੋਣਗੇ। ਥੰਮ ਮਾਫ ਕਰਨਾ, ਇੱਥੋਂ ਤੱਕ ਵੀ ਕਿਹਾ ਕਿ ਬਾਬਾ ਬੁੱਢਾ ਜੀ ਸਿੱਖੀ ਦੀ ਹੱਦ ਹੋਣਗੇ। ਕਹਿ ਦਿੱਤਾ ਐਡੇ ਉੱਚੇ ਜੀਵਨ ਵਾਲਾ ਬਾਬਾ ਬੁੱਢਾ ਜੀ, ਐਡੇ ਉੱਚੇ ਜੀਵਨ ਤੇ ਆਦਰਸ਼ ਵਾਲੇ ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਵਾਸਤੇ ਖਾਲਸਾ ਦੀ ਸਭ ਤੋਂ ਪਹਿਲੇ ਮੁੱਖ ਕਹਿ ਲਓ, ਸਭ ਤੋਂ ਪਹਿਲੇ ਖਾਲਸਾ ਦੀ ਗ੍ਰੰਥੀ ਸ਼ਾਸਨ ਨਿਯੁਕਤ ਕੀਤਾ ਸੀ ਬਾਬਾ ਬੁੱਢਾ ਜੀ ਵਰਗੇ। ਫਿਰ ਕਿਹੜੇ ਗ੍ਰੰਥੀਆਂ ਦਾ ਜ਼ਿਕਰ ਕਰੀਏ? ਭਾਈ ਮਣੀ ਸਿੰਘ ਜੀ ਸ਼੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਨ, ਜਿਨ੍ਹਾਂ ਦਾ ਬੰਦ ਕੱਟਿਆ ਗਿਆ। ਖਾਲਸਾ ਜੀ ਕਹਦੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਚ ਪੜ੍ਹ ਕੇ ਦੇਖੋ। ਅਸੀਂ ਤਾਂ ਵਾਧੂ ਜੀ ਗੱਲ ਬਣਾਤੀ ਜੀ। ਇੱਥੇ ਗ੍ਰੰਥੀ ਸਿੰਘ ਦਾ ਜੀ ਕੜਾ ਖਾ ਕੇ ਮੋਟੇ ਹੋ ਗਏ। ਕਹੋ ਵਾਹਿਗੁਰੂ। ਤੁਸੀਂ ਕੜਾ ਕਦੇ ਨਹੀਂ ਖਾਧਾ? ਕਹੋ ਵਾਹਿਗੁਰੂ। ਆਪਾਂ ਕੜਾ ਕਦੇ ਨਹੀਂ ਖਾਧਾ ਕਦੇ। ਖਾਲਸਾ ਜੀ ਕਹੋ ਵਾਹਿਗੁਰੂ। ਉਹ ਖਾਲਸਾ ਜੀ ਜਿਹੜਾ ਦੇਣਾ ਪਵੇਗਾ ਗੁਰੂ ਕੀ ਸੰਗ, ਆਪਾਂ ਕੜਾ ਕਦੇ ਨਹੀਂ ਖਾਧਾ। ਅਮਰ ਸ਼ਹੀਦ ਬਾਬਾ ਦੀਪ ਸਿੰਘ ਜੋ ਦਮਦਮਾ ਸਾਹਿਬ ਮੰਡੀ ਸਾਬੋਕੀ ਦੇ ਇਲਾਕੇ 'ਚ ਗੁਰੂ ਕੀ ਸੰਗਤ ਦਮਦਮਾ ਸਾਹਿਬ ਦੇ ਗ੍ਰੰਥੀ ਵਜੋਂ ਜਿੱਥੇ ਡਿਊਟੀ ਨਿਭਾਉਂਦੇ ਰਹੇ ਨਾ, ਉੱਥੇ ਗੁਰੂ ਗ੍ਰੰਥ ਸਾਹਿਬ ਦੇ 4 ਸਰੂਪ ਬਾਬਾ ਦੀਪ ਸਿੰਘ ਮਹਾਰਾਜ ਜੀ ਹੋਰਾਂ ਨੇ ਲਿਖ ਕੇ 4 ਤਖਤਾਂ ਤੇ ਭੇਜੇ ਸਨ। ਖਾਲਸਾ ਜੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਪਹਿਲਾਂ ਹੀ ਪੜ੍ਹੀਏ ਨਾ, ਮਾਫ ਕਰਨਾ ਪਹਿਲਾਂ ਹੀ ਸ਼ੁਰੂ ਚ ਦੇਖੀਏ ਤੇ ਉੱਪਰ ਲਿਖਿਆ ਦਮਦਮਾ ਸਾਹਿਬ ਵਾਲੀ ਪਾਵਨ ਪਵਿੱਤਰ ਐਸ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਸਦਾਈ ਦਮਦਮਾ ਸਾਹਿਬ ਵਾਲੇ ਪਾਵਨ ਪਵਿੱਤਰ ਸਰੂਪ ਤੋਂ ਮਾਫ ਕਰਨਾ ਇਹਦੀ ਸਦਾਈ ਕੀਤੀ ਗਈ। ਗੁਰੂ ਕੀ ਸੰਗਤ ਜਰਾ ਧਿਆਨ ਦੇਣਾ ਪਵੇਗਾ। ਗੁਰੂ ਕੀ ਸੰਗਤ ਆਪਾਂ ਧਿਆਨ ਦੇਣਾ ਪਵੇਗਾ। ਆਪਾਂ ਕਹਿੰਦੇ ਆ, ਆਪਾਂ ਕਈ ਵਾਰੀ ਕਹਿ ਦਿੰਦੇ ਆ ਕਿ ਖਾਲਸਾ ਜੀ ਕਿ ਗ੍ਰੰਥੀ ਸਿੰਘ ਚ ਆਹ ਕਮੀ, ਉਹ ਗ੍ਰੰਥੀਆਂ ਸਿੰਘਾਂ ਦਾ ਆਪਾਂ ਗੁਰੂ ਪਿਆਰੇ ਸਤਿਕਾਰ ਹੀ ਨਾ ਕਰੀਏ
कि ग्रंथी सिंह अपनी शर्म च पानी पानी हो जाना, वो संगत साडा इन्ना सत्कार करती ते कहने की लोड़ ना पवे, वो साडा जीवन किहड़े पासे जा रहा है। कह दो वाहिगुरू, फिर कह दो वाहिगुरू, फिर कह दो वाहिगुरू। माफ करना गुरु की संगत, दास अर्ज कर रहा थी, सिक्खी ये बड़ी मिठी है, ये सिक्खी कहती गुरबाणी कहती छड्ड छड्ड दिओ, कह दो वाहिगुरू, छड्ड इत्थे नफरत छड्ड दे, छड्ड इत्थे निंदा छड्ड दे, छड्ड इत्थे चुगली छड्ड दे, छड्ड इत्थे छड्ड दे की, इत्थे काम छड्ड दे, इत्थे क्रोध छड्ड दे, इत्थे लोभ छड्ड दे, इत्थे मोह छड्ड दे, इत्थे हंकार छड्ड दे। माफ करना ते ओदे बदले की इत्थे काम छड्ड जा ते जत सत लै जा, इत्थे क्रोध छड्ड जा, मन की शांति लै जा, इत्थे लोभ छड्ड जा, इत्थों संतोख लै जा, इत्थे मोह छड्ड जा, इत्थों त्याग लै जा, इत्थे हंकार छड्ड जा, इत्थे मन की गरीबी, इत्थों मन की गरीबी लै जा, इत्थे नफरत छड्ड जा ते इत्थों प्यार लै जा। एवें थोड़ा कैसी सच कहो सुन लियो सबै, जिन प्रेम कियो तिन ही प्रभ पायो। दास अर्ज कर रहा सी, एक सिख ने प्यार किया, एक सिख ने बिसर गई सौताद पराई। एक बारी पढ़ना करो, तात पुराई बिसरी गई सब, तात पुराई बिसरी गई सब, तात पुराई परमेश्वर की बंदगी, परमेश्वर की भक्ति जानी परमेश्वर
दर्शन की आराधना की खालसा जी जरा ध्यान देना पवेगा। कहते ने जब इस भगती पूरी होई ते भगवान ने दर्शन दिते। मंगना भी तो किसे किसे नूं आउंदा है। जब जाने मैं किछ करता तब लग कर्म जोन में फिरता। जब तारे को पैरी नीत तब लग नहीं जीता। जिथे मैं है एक बारी कह दे वाहिगुरू मैं ना हूं मैं दा। जिथे मैं है उथे तू नहीं भा वाहिगुरू नहीं। रविदास जी कहते ने वाहिगुरू जदों मैं हुंदा उदों तू नहीं। जिथे मैं हुंदा उदों तू नहीं। जिथे तू हुंदा उथे मैं नहीं। जब हम होते तब तू नहीं अब तू ही मैं नहीं। कहते ने जिथे मैं हां जदों मैं हुंदा पर मेरी हौमे हुंदी जिथे उथे वाहिगुरू तू नहीं। जिथे तू है उथे मैं नहीं। नहीं तो खत्म करनी है। एक एक गल नूं समझाउण लग्या कई कई दलीलां देणीआं पैंदियां ने। मैं करना भगवान ने दर्शन दिते आख्या भगता कुछ मंग ले तेरी भगती से बड़े खुश हैं। भगत ने आख्या भगवान कोई इच्छा नहीं। भगवान ने फिर आख्या कुछ मंग ले। आया तीन ब्रह्म ज्ञानी संत बाबा नानक सिंह नानकसर वाले महापुरुषों के चरणों में महात्मा आख्या बाबा जी मैं सुनिया कि भक्ति करके मन में शांति मिलती है। बाबा जी मैं 20 साल भक्ति की। बाबा जी मैं 20 साल भक्ति की। बाबा जी मेरा मन शांत नहीं होया। संत कहते ने भाई तू भक्ति की नहीं। बाबा जी मैं 20 साल भक्ति की। मैं झूठ नहीं बोलता बाबा जी। मैं 20 साल भक्ति की मेरा मन शांत नहीं होया। संत फिर कहते हैं तू भक्ति नहीं की। नहीं बाबा जी मैं झूठ नहीं बोलता। मैं 20 साल भक्ति की मेरा मन शांत नहीं होया। महापुरुष बाबा नानक सिंह लगे कि भाई तू भक्ति नहीं की। आंदा बाबा जी मैं 20 साल भक्ति की। संत कहता प्रेमिया ਉਹ 20 ਸਾਲ ਦੇ ਵਿੱਚ ਤੇਰੇ ਤੋਂ ਮੈਂ ਨਹੀਂ ਛੱਡੇਗੀ ਤੂੰ ਭਗਤੀ ਕੀ ਨਹੀਂ ਕੀਤੀ। ਨਾਮ ਇਸ ਕਰਕੇ ਜਪਣਾ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਹੋ ਮੈਂ ਛੱਡੀ ਜਾ ਸੇਵਾ ਇਸ ਕਰਕੇ ਕਰਨੀ ਜੀ ਮੈਂ ਛੱਡੀ ਜਾ। ਅੰਮ੍ਰਿਤ ਵੇਲੇ ਇਸ ਕਰਕੇ ਜਾਗਣਾ ਕਿ ਮੈਂ ਛੱਡੀ ਜਾ। ਨਿਤਨੇਮ ਇਸ ਕਰਕੇ ਕਰਨਾ ਕਿ ਮੈਂ ਛੱਡੀ ਜਾ। ਪਰ ਇੱਥੇ ਕਿਆ ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਕਰਮ भगत ने भगवान नूं आख्या कि तेरी 20 साल दी मां करना। भगत ने भगवान नूं आख्या महाराज जो 100 साल तपस्या की तपस्या का फल दे दियो। भगवान ने आख्या ये ना मंग। बंदा कई बारी उलझ जाता। एक बारी कह दो वाहिगुरू बंदा कई बारी उलझ जाता धोखा खा जाता। बड़े बड़े धोखा खा गया। बड़े बड़े धोखा खाते वेखे ने बंदा धोखा खा जाता क्योंकि जीव है। कई कहते ने मेरे जिन्ना कोई नितनेम नहीं कर सकता और तेरा शरीर ठीक ना होंदा तो नितनेम की कर लेंदा। कहो वाहिगुरू मैं सारी रात जागदा। जे तेरा शरीर ठीक ना होंदा तो सारी रात की जाग लेंदा। मेरे वर्गी किसी की बाणी शुद्ध नहीं। मेरे वर्गा कोई कीर्तन नहीं कर सकता। मेरे वर्गी कोई कथा नहीं कर सकता। दो बेड़ियां ने कह दो वाहिगुरू। दो कैदी ने एक कैदी के पैरों के विच लोहे की बेड़ी है। दूजा कैदी ਉਹਦੇ ਪੈਰਾਂ ਵਿੱਚ ਸੋਨੇ ਦੀ बेड़ी है। सोने की बेड़ी ਇਹਨੇ ਮਾੜੇ कर्म ने लोहे ਦੀਆਂ बेड़ियां ने। जे चंगे कर्म करते हो मैं आ गई तो समझ लो सोने ਦੀਆਂ बेड़ियां ने। कैदी ਤਾਂ कैदी ने लोहे की बेड़ी पई ਜਿਹਦੇ ਪੈਰਾਂ 'ਚ ਉਹ भी कैदी है। ਜਿਹਦੇ ਪੈਰਾਂ ਵਿੱਚ सोने की बेड़ी पई है ਉਹ भी कैदी है। अद्धी
ਆਉਣੀ ਹੈ। ਕਹਿੰਦੇ ਵਾਹਿਗੁਰੂ ਆਪਾਂ ਤਾਂ ਇਹ ਕਹਿਣਾ, ਆਪਾਂ ਤਾਂ ਇਹ ਕਹਿਣਾ ना हम किया न करेंगे न कर सके शरीर क्या जन्म निर्भर किया और भयो कबीर कबीर। ਆਪਾਂ ਨਿਤਨੇਮ ਕਰਦੇ ਕਹਿਣਾ ਕਿ ਤੇਰੀ ਕਿਰਪਾ, ਕਹਿ ਦਿਓ ਵਾਹਿਗੁਰੂ ਇਹ ਨਿਤਨੇਮ ਤੇਰੀ ਕਿਰਪਾ ਨਾਲ ਹੋ ਗਿਆ। ਅੰਮ੍ਰਿਤ ਵੇਲਾ ਤੇਰੀ ਕਿਰਪਾ ਨਾਲ ਸੰਭਾਲਿਆ ਗਿਆ। ਜੇ ਸੇਵਾ ਹੋਈ ਤਾਂ ਤੇਰੀ ਕਿਰਪਾ ਨਾਲ। ਕਿਉਂ? सतगुरु की सेवा सफल है ये करे जित लाए मन चिंध्या पर पावना होवे विचों जाए। गुरु की सेवा सफली है, गुरु की सेवा लेखे च, गुरु की सेवा सफली। पर खालसा जी केड़ी सेवा? मन चिंध्या पर पावना, मन चिंधे फल मिलते न। फल केड़े? किनू मन चिंधे फल मिलते न, हौमे विचों जाए। मगन हौमे छड्ड के कर विचों सेवा मन चिंधे फल पावंदे की हौमे छड्ड के कर विचों ओ मन चिंधे फल पावंदे हौमे छड्ड के कर विचों
कीती सेवा सबली है, सास सेवा कीती सफल है, ਉਹ सेवा कीती सबली है ਜਿਹੜੀ सेवा ते गुरु का मन मन जे जब सतगुरु का मन मन्ने जब सतगुरु का मन मन्ने ਜਿਹੜੀ सेवा ते गुरु का मन मन जे तो पाप के सफल भन्ने ਜਦੋਂ गुरु का मन मन जाता तो सेवा ते सेवा करत होए ने कामी तिसको होत प्राप्त। स्वामी ने सेवा करना हुक्मी बंदा बनना, हुक्म मनिए होगा प्रवान तक खसमे का महल पावे सी। रब दे घर नूं पाउणा ना जे तां गुरु की तनु मालक दा हुक्म मनना पऊगा, ओदे हुक्म दे विच रहना पवेगा। कहंदे ने भगवान ने भगत नूं आख्या कुछ मंग ले ते भगत भगवान नूं कहंदा जी 100 साल तेरी भगती कीती 100 साल दी कीती सेवा दा भगती दा फल दे दे। भगवान ने आख्या ओए ਇਹ ਨਾ ਮੰਗ ਲੇਖੇ ਕਦੇ ਨਾ ਛੂਟੀ ਹੈ ਖਿੜਗਰ ਭੁੱਲਣ ਬਖਸ਼ਣਹਾਰ ਬਖਸ਼ਦਾ। ਜੇ ਹਿਸਾਬ ਕਿਤਾਬ 'ਚ ਪੈ ਗਏ ਨਾ ਸਾਡਾ ਪਾਰ ਉਤਾਰਾ ਨਹੀਂ ਹੋਣਾ, ਸਾਡਾ ਪਾਰ ਉਤਾਰਾ ਨਹੀਂ ਹੋਣਾ। ਜੇ ਹਿਸਾਬ ਕਿਤਾਬ 'ਚ ਪੈ ਗਏ ਗਿਣਤੀ ਮਿੰਤੀ 'ਚ ਪੈ ਗਏ ਹਮਰੀ ਗੰਤਨ ਗਣੀਆਂ ਕਾਈ ਆਪਣਾ ਬਿਰਦ ਪਛਾਣ ਸੱਚੇ ਪਾਤਸ਼ਾਹ ਸਾਡੀ ਗਿਣਤੀ ਮਿੰਤੀ ਨਾ ਕਰਿਓ ਕੋ ਵਾਹਿਗੁਰੂ। ਅਸੀਂ ਤਾਂ ਪਾਪਾਂ ਦੇ ਨਾਲ ਭਰੇ ਆ। ਹੁਣ ਭਗਵਾਨ ਨੇ ਆਖਿਆ ਕੁਝ आख्या ये ना मंग कुछ होर मंग ले, कहता जी नहीं 100 साल की भगती का फल दे दो, 100 साल की भगती का। भगवान ने आख्या अच्छा पत्थर तो बैठा सी, आख्या एक पासे हो जा, पत्थर नूं छड्ड के एक पासे बैठ जा, तेरी 100 साल की भगती का फल दिंदा। जो जाने हो भगत ज्ञानी वो मारनी ते मैं तो भगती सारी जिंदगी करता गया, जे मैं ना मरी तो मेरे भगती काहदे लई कीती कवां वो नाम का इज करके गुरु प्यारे जापड़ा होवे मर जे, भगती का इज करके करनी साडी होमे मर जे। पर जे होमे उसे तरह कड़ी फिर भगती काहदी कीती, फिर तो होमे नूं पट्ठे पाई गए। लोकी पशुओं नूं पट्ठे पाउंदे ने, ओए लोकी पशुओं नूं पट्ठे पाउंदे ने, चारा पाउंदे ने, माफ करना फिर आपां तां होमे नूं पट्ठे पाई गए। सारी जिंदगी होमे नूं पट्ठे पाई गए। आपां तां इह कहना कबीर मेरा मुझ में किछ नहीं, जो किछ है सो तेरा तेरा, तुझको सब ते क्या लागे मेरा। ਜ਼ਮੀਨ ਵੇਚ ਦਿੱਤੀ, ਰਕਮ ਵਟ ਲਈ ਕੋਈ ਹੱਕ ਹਕੂਕ ਰਹਿ ਜਾਂਦਾ, ਮੁੜ ਕੇ ਜ਼ਮੀਨ 'ਚ ਪੈਰ ਨਹੀਂ ਰੱਖਦੇ। ਵੇਚਤੀ ਜ਼ਮੀਨ ਵੇਚ ਦਿੱਤੀ, ਰਕਮ ਵਟ ਲਈ, ਮੁੜ ਕੇ ਜ਼ਮੀਨ 'ਚ ਪੈਰ ਨਹੀਂ ਰੱਖਦੇ। ਘਰ ਵੇਚ ਦਿੱਤਾ, ਰਕਮ ਵਟ ਲਈ, ਮੁੜ ਕੇ ਘਰ 'ਚ ਪੈਰ ਨਹੀਂ ਰੱਖਦੇ। ਖਾਲਸਾ ਜੀ ਕੋਈ ਬਿਜ਼ਨਸ ਵੇਚ ਦਿੱਤਾ, ਰਕਮ ਵਟ ਲਈ, ਮੁੜ ਕੇ ਬਿਜ਼ਨਸ ਦੇ ਵਿੱਚ ਪੈਰ ਨਹੀਂ ਰੱਖਦੇ, ਕਿਸੇ ਸ਼ਾਪ ਤੇ ਪੈਰ ਨਹੀਂ ਰੱਖਦੇ। ਮਹਾਰਾਜ ਨੇ ਦੁਕਾਨਾਂ ਵੇਚਦਾ, ਜ਼ਮੀਨਾਂ ਵੇਚਦਾ, ਘਰ ਵੇਚਦਾ, मुड़ के पैर नहीं रखता, मन भी बेचते, फिर मुड़ के पैर ना रखी। मन बेचा सतगुरु के, मन बेचा सतगुरु के पास जी चीज बेचती जाए ਉਹਦੇ ਤੇ हक खत्म हो जाता है। मन बेचा सतगुरु के पास जिस के कारज रास। ਹੁਣ ਇੱਥੇ ਦਾ ਕਿ ਜੋ ਜਾਣੇ ਹੋ ਭਗਤ ਗਿਆਨੀ ਆਗੇ ਠਾਕ ਤਿਲ ਨਹੀਂ ਮੰਨੀ। ਤਿਲ ਕਿੰਨਾ ਕੁ ਹੁੰਦਾ ਕਹੋ, ਤਿਲ ਕਿੰਨਾ ਕੁ ਹੁੰਦਾ? ਤਿਲ ਦੇ ਬਰਾਬਰ ਵੀ ਉਹਦੀ ਭਗਤੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦੀ। भाई जोगे के मन च इन्नी की गल आई सी ना, बल्ले बल्ले गुरु की सेवा की तो गुरु ने इन्नी गल पूछी सी ना, तेरा ना की? गुरु तुठ गया, ना पूछा तो ना जी मेरा जोगा। आख्या ना तो सुन, ना तो सुन भाई जोगा, पर जोगिया ना बड़ा सोहना जोगा पर जोगिया और किहदे जोगा? आख्या मैं पूछने वाली गल है, गुरु जोगा। गुरु जोगा आख्या जोगिया मेरा बनना बड़ा औखा, जोगिया मेरा बनना बड़ा औखा। गरीब ना जोगा है ही तुहाडे जोगा, जोगा है ही तुहाडे जोगा। गरीब ने पुछण वाली गल है, जोगा है ही तुहाडे जोगा। गुरु ने आख्या जोगिया बचना ते पूरा रही, गल याद रखी, जे जोगा गुरु जोगा तो अज तो गुरु भी जोगे जोगा था। अज तो गुरु भी जोगे जोगा। माफ करना, जे जोगा गुरु जोगा तो गुरु जोगे जोगा। सिखा जे तू गुरु जोगा बनेगा तो गुरु तेरे जोगा बनूगा। गुरु तो कह रहा आप सवारे मैं मिले, मैं मिलिया। जेड़ा गुरु दा सिख है, गुरु ने जंग जिते, कह दे वाहिगुरू। गुरु ने जंग जिते ते होमे नहीं जिताई, कह दे वाहिगुरू। गुरु ने होमे दी गल कीती, अमृत बख्शिया पंजां प्यारियां नूं, पंजां प्यारियां नूं अमृत बख्शिया ते खालसा दी माफ करना गुरु बन के, गुरु रूप हो के अमर छकिया। ते जदों पंजां प्यारियां दे पासों अमृत दी दात मंगी, गुरु रूप हो के नहीं मंगी, कह दे वाहिगुरू। कमाल की गल है, ऐसा गुरु माफ करना, ऐसा गुरु जदों पंजां प्यारे तू अमृत की दात मंगी तो सिख रूप होके मंगी, कह दे वाहिगुरू। वाह पर जो मर्द अगंबड़ा बरियाम अकेला वाहो वाह गोबिंद सिंह आपे गुर।
आपे गुर चेला जे पौंडे भंगाणी दा जंग जितया ना, खालसे ने बेनती की गरीब नवाज महाराज आप जंग जित गए। कहते ना 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 आप जंग काहनूं जित गए? कहते कृपा काल केरी भाई जीत मेरी। कहो वाहिगुरू। और क्या जो वाहिगुरू वो साडे वर्गा 4 दिन चंगा काम चलदे ते कहंदा बल्ले बल्ले बड़ी मेहनत कीती जी। मेरा तां काम मेरे तां काम दी गुड्डी चढ़ गई। मेरा माफ कर जे चंगा काम चल जे बल्ले बल्ले मैं कीता। जद काम हो जे डामाडोल रब ने तां साडा काम ही बिगाड़ दिता। कहो वाहिगुरू। ये रब नालों सियाणा समझदा अपने आप नूं। माफ करना गुरु की संगत क्या सी कलगीधर पातशाह जी नूं किसी ने महाराज तुहाडा दुनिया ते बड़ा प्रताप है। आख्या साडा प्रताप? ना 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 मेरा प्रताप तां इन्हां सिखां करके। कहो वाहिगुरू। इन्हां दी किरपा नाल जंग जिते। कहो वाहिगुरू। इन्हां दी किरपा नाल जंग जिते, इन्हां दी किरपा नाल संसार दे अगे वधे। बल्ले 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 एवें थोड़ा क्या थी इन्हीं के सजे। माफ कर एवें थोड़ा क्या थी इन्हीं के सजे हम हैं, वरना मुझसे गरीब करोड़ पर है। करोड़ की कह रहा सारी दुनिया का दाता, सारी दुनिया का दाता समर्थ गुरु की कह रहे? समर्थ गुरु की कह रहे? भाई साहब भाई गुरदास जी तुरे जाते हैं, जरा ध्यान देना पवेगा। भाई गुरदास जी तुरे जाते अगे एक बकरा मैं करता। वो बकरे को कहते मैं ना कर, बकरे को मैं ना कर, वो फिर मैं करते। आख्या ना मैं कर, मैं की बकरे ने हाल की होया मां करे बकरा मैं करता ना ते गुरु की संगत भाई साहब ने आख्या मैं ना कर, फिर मैं करता। गुरु की संगत खैर कुछ समय बाद कसाई ने झिड़काता, उल्टा झिड़काता, खल लाती, मां कर कट वट के बेच दिता जो करना सी। करते करते खालसा जी बकरे की खल दे बन के ताल ढोलकी कह लो कि कीर्तन हो रहा सी ते भाई साहब तुरे जाते हैं। वो डग डग जब ढोलकी बजती ना जब तबला खड़कता आवाज चो निकलती तू 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 कहते कहते गर्दन नुहा के जो लगा तू तू करन। कहते जदों तेन पहला क्या तू तू करते तू करता कितना फायदा हो जाता। उदों मैं करी जाता सी, उदों मैं करता सी। गुरु दा नूं उदों याद आउंदा जदों इहदा काम कोई बिगड़ जाता। क्यों है इहदा कोई काम बिगड़ जाता गुरु उदों याद आउंदा। दुख दे समय गुरु याद, भुख दे समय गुरु याद, गरीबी दे समय गुरु याद, दुखों के समय गुरु याद, पर सुखों वेले तो कहना मैं भी मेरे वर्गा तो कोई है ही नहीं। कहो वाहिगुरू। मेरे वर्गा तो किसी का स्टैंडर्ड ऑफ लिविंग ही नहीं है। कहो वाहिगुरू। मेरे वर्गा तो किसी का रहन सहन नहीं है। जो जाने हो भगत ज्ञानी हुण भगवान ने आख्या कि पासे तेरी सेवा का फल देना। जदों पत्थर नूं छड्ड के भगत एक पासे बैठे ना भगवान ने चक्या पत्थर। जरा ध्यान देना पवेगा। गल चली सी जोगे तू आख्या जोगिया जे तू गुरु जोगा तो गुरु तेरे जोगा एक गल समझाने कई दलील देनिया पैंदियां ने। समा पा के ਇਹਦੇ मां-बाप आए आनंदपुर साहब बड़ी बड़ी सेवा करने वाले। इत्थे केड़ा खड़ जूगा समर्थ गुरु के सामने? कल कीर्तन की गल चली सी इत्थे 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 स्टेज ते मैं लगा डर लग मैनू तो बहुत डर लगदा। कहो वाहिगुरू। क्या दे वाहिगुरू। ये सच्ची गल है गुरु ग्रंथ साहिब दी हजूरी च कह रहा बहुत डर लगदा भी इत्थे मैं लगा इत्थे तो सिर्फ जू बुलावे तू नानक दा इत्थे माफ करना इत्थे मैं ओए असि उपदेश की करिए समर्थ गुरु के सामने भला असि की बोलीए। पर एक गल जरा ध्यान देनी पऊगी खालसा दी। कल भी कीर्तन की गल चली थी खालसा दी। एक समय जब खालसा पंज साजे 5 पास होए ने ठीक है क्यों भाई एक समय 5 पास होए ने जदों सिर देने की वारी आई ना पंजां ने हाथ सट के छाला मार मार के सिर दिते। एक समय 5 पास होए ते एक ऐसा समा भी आया सी जे इतिहास के पन्नियां नूं खोल के विचार के पढ़िए। एक ऐसा समा आया जब आनंदपुर साहब का किला छड़िया ते पंजे फेड़ हो गए। तेरा गुरु साहब कहते थे जदों दूरी चंद मसद दे आखे लग के भाई महान सिंह वर्गे सूरमे बड़े बड़े सिद्दकी सिख खालसा जी बदावे देख के गुरु साहब दे के चले गए ना तुसी साडे गुरु ते ना सी तुहाडे सिख। भाई साहब भाई दया सिंह होरां नूं डाल दे सिंघां ने आख्या बाबा जी आख्या भाई साहब जी मसंद बदावे लेके के दे गए। भाई महान सिंह वर्गे सिख बदावे लेके के दे गए। माफ करना आ 6 महीने दी भुखा दे मारे आनंदपुर साहब के किले के अंदर दुखों का सामना कर रहे हैं। 10 लाख की गिनती दियां तुर्क फौजा ने घेरा पाया होया
ਗੁਰੂ ਸਾਹਿਬ ਨੂੰ ਬੇਨਤੀ ਕਰੀਏ ਕਿ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਤੁਰ ਚਲੀਏ। ਆਖਿਆ ਕੌਣ ਆਖੇ? ਕਹਿੰਦੇ ਆਖਿਆ ਕੌਣ ਆਖੇ? ਨਾਲ ਦੇ ਸਾਥੀਆਂ ਨੇ ਆਖਿਆ ਬਾਬਾ ਜੀ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਸਮੇਂ ਆਖਿਆ ਸੀ ਕਿ ਅੱਜ ਤੁਸੀਂ ਅੰਮ੍ਰਿਤ ਛਕ ਕੇ ਮੇਰੇ ਸਿੰਘ ਸੱਜ ਗਏ, ਤੁਹਾਨੂੰ ਪੰਜਾਂ ਨੂੰ ਮੈਂ ਖਾਲਸਾ ਪੰਥ ਦਾ ਖਿਤਾਬ ਬਖਸ਼ਦਾ, ਅੱਜ ਤੋਂ ਜੋ ਤੁਸੀਂ ਪੰਜੇ ਕਰਿਆ ਕਰੋਗੇ ਮੈਨੂੰ ਮਨਜ਼ੂਰ ਹੋਵੇਗਾ। ਆਪਾਂ ਸਾਰੇ ਜਣੇ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਆ। ਇੱਕ ਗੱਲ ਯਾਦ ਰੱਖਿਓ, ਜਦੋਂ ਸਿੱਖ ਗੁਰੂ ਦਾ ਬਚਨ ਮੰਨਦਾ ਉਦੋਂ ਸਿੱਖ ਦੀ ਚੜ੍ਹਦੀ ਕਲਾ, ਜਦੋਂ ਸਿੱਖ ਗੁਰੂ ਨੂੰ ਆਪਣੀ ਗੱਲ ਬਣਾਉਂਦਾ ਇਹਦੀ ਢਹਿੰਦੀ ਕਲਾ ਇਹਨੇ ਗੁਰੂ ਨੂੰ ਗੱਲ ਮਨਾਉਣੀ ਨਹੀਂ, ਇਹਨੇ ਗੁਰੂ ਨੂੰ ਗੱਲ ਮਨਾਉਣੀ ਨਹੀਂ, ਇਹਨੇ ਗੁਰੂ ਦੀ ਗੱਲ ਮੰਨਣੀ ਹੈ। ਜੋ 9 ਸਰੂਪਾਂ ਦੇ ਵਿੱਚ ਗੁਰੂ ਸਿੱਖ ਰੂਪ ਦੇ ਵਿੱਚ ਵਿਚਰਿਆ ਖਾਲਸਾ ਜੀ ਇੱਕ ਵਾਰੀ ਫਿਰ ਕਹਿ ਦਿੰਦਾ ਹੈ। ਬਾਬਾ ਲਹਿਣਾ ਜੀ ਨੇ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਨੂੰ ਆਪਣੀ ਗੱਲ ਮਨਾਈ ਨਹੀਂ, ਸਾਰੀ ਜ਼ਿੰਦਗੀ ਬਾਬਾ ਲਹਿਣਾ ਜੀ ਨੇ ਗੁਰੂ ਨਾਨਕ ਦਾ ਵਚਨ ਮੰਨਿਆ। ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਨੂੰ ਆਪਣੀ ਗੱਲ ਮਨਾਈ ਨਹੀਂ। ਕਹੋ ਵਾਹਿਗੁਰੂ। ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਨੂੰ ਆਪਣੀ ਗੱਲ ਮਨਾਈ ਨਹੀਂ, ਸਗੋਂ ਗੁਰੂ ਦਾ ਵਚਨ ਮੰਨਿਆ। ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਆਪਣੀ ਗੱਲ ਮਨਾਈ ਨਹੀਂ, ਸਗੋਂ ਗੁਰੂ ਦਾ ਵਚਨ ਮੰਨਿਆ, ਹੁਕਮ ਮੰਨਿਆ। ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਪੰਜਵੇਂ ਪਾਤਸ਼ਾਹ ਨੇ ਗੁਰੂ ਰਾਮਦਾਸ ਜੀ ਦਾ ਵਚਨ ਮੰਨਿਆ, ਆਪਣੀ ਗੱਲ ਕਹਿੰਦੇ ਵਾਹਿਗੁਰੂ ਆਪਣੀ ਗੱਲ ਮਨਾਈ ਨਹੀਂ। ਆਪਾਂ ਗੁਰੂ ਨੂੰ ਆਪਣੀ ਗੱਲ ਮਨਾਉਣ ਦੀ ਕੋਸ਼ਿਸ਼ ਕੀਤੀ, ਗੁਰੂ ਦਾ ਵਚਨ ਮੰਨਿਆ ਨਹੀਂ। ਇਹਨਾਂ ਫਰਕ ਕਿੰਨਾ ਫਰਕ। ਸਮਾਂ ਆਇਆ ਭਾਈ ਜੁਗ ਬੱਲੇ ਬੱਲੇ ਬੱਲੇ। ਇਹਦੇ ਮਾਤਾ ਜੀ ਪਿਸ਼ੌਰ ਦੇ ਰਹਿਣ ਵਾਲਾ ਸੀ। ਆਏ ਚੱਲ ਕੇ ਗੁਰੂ ਸਾਹਿਬ ਦੇ ਚਰਨ ਜਿਹਨੇ ਜਵਾਨੀ ਉਮਰ ਚ ਆਇਆ ਤੇ ਆ ਕੇ ਬੇਨਤੀ ਕੀਤੀ, ਕਲਗੀਆਂ ਵਾਲਿਆ ਜੋਗਾ ਜਵਾਨ ਹੋ ਗਿਆ, ਕਿਰਪਾ ਕਰੋ। ਇੱਕ ਸਮੇਂ 5 ਪਾਸ ਹੋਏ, 5 ਫੇਲ ਹੁੰਦੇ ਨੇ ਪੈ। ਇਧਰ ਭਾਈ ਸਾਹਿਬ ਭਾਈ ਦਇਆ ਸਿੰਘ ਹੋਰਾਂ ਨੂੰ ਨਾਲ ਦੇ ਸਾਥੀਆਂ ਨੇ ਕਿਹਾ, ਖੜ ਖਾਲਸਾ ਜੀ ਨਹੀਂ ਤੇ ਮਾਰਨੀ ਭਗਤੀ ਕਰਨੀ ਕਾਹਦੇ ਦੀ, ਮਾਫ ਕਰਨਾ। ਆਖਿਆ ਬਾਬਾ ਜੀ ਆਪਾਂ ਗੁਰੂ ਸਾਹਿਬ ਨੂੰ ਬੇਨਤੀ ਕਰੀਏ। ਪੰਜਾਂ ਪਿਆਰੇ ਨੇ ਗਲ ਦੇ ਵਿੱਚ ਪੰਡੂ ਪਾ ਕੇ ਤੇ 10ਵੇਂ ਪਾਤਸ਼ਾਹ ਦੇ ਚਰਨਾਂ ਬੇਨਤੀ ਕੀਤੀ ਗਰੀਬ ਨਵਾਜ, ਅੱਜ ਆਪ ਜੀ ਦੇ ਹੱਥੀ ਆਪ ਜੀ ਦਾ ਸਾਜਿਆ ਖਾਲਸਾ ਪੰਥ ਇਸ ਗੱਲ ਦੀ ਡਿਮਾਂਡ ਕਰਦਾ, ਮੰਗ ਕਰਦਾ ਕਿ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਚਲੇ ਜਾਓ। ਗੁਰੂ ਸਾਹਿਬ ਨੇ ਆਖਿਆ, ਉਹ ਦਇਆ ਸਿਆ ਸਾਡੇ ਸਿੱਖ ਹੋ ਕੇ ਸਾਨੂੰ ਕਹਿ ਰਹੇ ਹੋ ਕਿ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਜਾਓ। ਭਾਈ ਸਾਹਿਬ ਭਾਈ ਦਇਆ ਸਿੰਘ ਨੂੰ ਆਖਿਆ, ਮਹਾਰਾਜ ਜਦੋਂ ਅਸੀਂ ਇਕੱਲੇ ਆ ਉਦੋਂ ਅਸੀਂ ਤੁਹਾਡੇ ਸਿੱਖ ਆ, ਜਦੋਂ ਮਹਾਰਾਜ ਅਸੀਂ 5 ਇਕੱਠੇ ਹੋ ਜਾਂਦੇ ਆ ਉਦੋਂ ਪੰਥ ਖਾਲਸਾ ਬਣ ਜਾਂਦਾ। ਗਰੀਬ ਨਵਾਜ ਆਪ ਜੀ ਦਾ ਸਾਜਿਆ ਪੰਥ ਖਾਲਸਾ, ਆਪ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਲਈ ਕਹਿ ਰਹੇ, ਤੁਹਾਡੇ ਸਿੱਖ ਨਹੀਂ ਕਹਿ ਰਹੇ। ਗੁਰੂ ਸਾਹਿਬ ਨੇ ਆਖਿਆ ਦਇਆ ਸਿਆ ਮੈਂ ਪੰਥ ਦਾ ਹੁਕਮ ਨਹੀਂ ਮੋੜਦਾ, ਦਇਆ ਸਿੰਘ ਅੱਜ ਗੁਰੂ ਗੋਬਿੰਦ ਸਿੰਘ ਜੋ ਸਿੱਖਾਂ ਨੂੰ ਕਦੇ ਹੁਕਮ ਕਰਦਾ ਸੀ, ਅੱਜ ਗੁਰੂ ਗੋਬਿੰਦ ਸਿੰਘ ਜੋ ਕਦੇ ਸਿੱਖਾਂ ਦੀਆਂ ਬੇਨਤੀਆਂ ਮੰਨਦਾ ਸੀ, ਅੱਜ ਗੁਰੂ ਗੋਬਿੰਦ ਸਿੰਘ ਆਪਣੇ ਪੰਥ ਦੇ ਅੱਗੇ ਬੇਨਤੀ ਕਰ ਰਿਹਾ। ਖਾਲਸਾ ਜੀ ਕਹੋ, ਬੜੀ ਕਮਾਲ ਦੀ ਗੱਲ ਹੈ। ਆਖਿਆ ਅੱਜ ਗੁਰੂ ਗੋਬਿੰਦ ਸਿੰਘ ਆਪਣੇ ਹੱਥੀ ਸਾਜੇ ਪੰਥ ਦੇ ਅੱਗੇ ਬੇਨਤੀ ਕਰ ਰਿਹਾ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਦਇਆ ਸਿੰਘ ਸਾਨੂੰ 17 ਦਿਨ ਮੰਗਵੇ ਦੇ ਦਿਓ, ਜਿੱਥੋਂ ਸੂਰਜ ਨਿਕਲਦਾ ਤੇ ਜਿੱਥੇ ਸੂਰਜ ਛਿਪਦਾ ਤੁਹਾਡੇ ਨਾਂ ਦਾ ਝੰਡਾ ਚਲਾ ਦਿਆਂਗੇ, ਤੁਹਾਡਾ ਸਾਰੀ ਦੁਨੀਆ ਤੇ ਤੁਹਾਡੇ ਨਾਂ ਦਾ ਝੰਡਾ ਚਲਾ ਦਿਆਂਗੇ, ਭਾਵੇਂ ਤੁਹਾਡਾ ਰਾਜ ਹੋ ਜਾਏਗਾ। ਤੇ ਸਿੱਖ ਸਿਰ ਦੇਣਾ ਪਿਆ ਤੇ ਛਾਲ ਮਾਰ ਕੇ ਅੱਗੇ ਵਧੇ। ਅੱਜ ਵਚਨ ਮੰਨਣਾ ਪਿਆ ਤੇ ਸਿੱਖ ਕਹਿ ਰਹੇ, ਪਾਤਸ਼ਾਹ 6 ਮਹੀਨਿਆਂ ਚ ਕੁਝ ਨਹੀਂ ਬਣ ਚੱਲਿਆ, ਭਲਾ 17 ਦਿਨਾਂ ਚ ਕੀ ਲੱਗਾ? 17 ਦਿਨਾਂ ਦੇ ਵਿੱਚ ਕੀ ਲੱਗਾ ਬਣਨ? ਖਾਲਸਾ ਦੀ ਮਾਫ ਕਰਨਾ। ਕਹਿੰਦੇ ਨੇ ਕਿ ਚੰਦਰਮਾ ਦੀ ਆਪਣੀ ਕੋਈ ਰੋਸ਼ਨੀ ਨਹੀਂ। ਇੱਕ ਵਾਰੀ ਫਿਰ ਕਹਿ ਦਿਓ, ਚੰਦਰਮਾ ਸਾਇੰਸ ਦੇ ਸਟੂਡੈਂਟਸ ਜਾਣਦੇ ਹੋਣਗੇ, ਆਪਾਂ ਸਾਰੇ ਜਾਣਦੇ। ਚੰਦਰਮਾ ਦੀ ਆਪਣੀ ਕੋਈ ਰੋਸ਼ਨੀ ਨਹੀਂ। ਚੰਦਰਮਾ ਸੂਰਜ ਤੋਂ ਰੋਸ਼ਨੀ ਲੈ ਕੇ ਚਮਕਦਾ, ਜਿਵੇਂ ਚੰਦਰਮਾ ਦੀ ਕੋਈ ਰੋਸ਼ਨੀ ਨਹੀਂ, ਇਵੇਂ ਸਿੱਖਾਂ ਤੇਰੀ ਕੋਈ ਹਸਤੀ ਨਹੀਂ। ਤੇਰੀ ਹਸਤੀ ਗੁਰੂ ਦੇ ਚਰਨਾਂ ਨਾਲ ਲੱਗ ਕੇ ਬਣਦੀ। ਤੇਰੀ ਕੋਈ ਹਸਤੀ ਨਹੀਂ, ਤੇਰੇ ਚ ਕੋਈ ਸ਼ਕਤੀ ਨਹੀਂ। माफ करना गुरु की संगत, तो तेरी शक्ति तेरी
ਹਸਤੀ ਗੁਰੂ ਦੇ ਚਰਨਾਂ ਨਾਲ ਲੱਗ ਕੇ ਫਿਰ ਬਣ ਗਈ। ਪੰਜ ਪਿਆਰੇ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਨੇ, ਪਾਤਸ਼ਾਹ 17 ਦਿਨਾਂ 6 ਮਹੀਨਿਆਂ ਚ ਗੁਜਰੀ ਬਣਿਆ, 17 ਦਿਨਾਂ ਚ ਕੀ ਬਣ ਚੱਲੇ? ਬੱਲੇ ਬੱਲੇ ਬੱਲੇ। ਗੁਰੂ ਸਾਹਿਬ ਨੇ ਆਖਿਆ ਦਇਆ ਸਿੰਘ ਔਰ ਤੁਸੀਂ ਸਿੱਧਕ ਤੋਂ ਡੋਲ ਗਏ ਹੋ। ਆਖਿਆ ਦਇਆ ਸਿੰਘ ਇੰਜ ਕਰੋ, ਸਾਨੂੰ 7 ਦਿਨ ਮੰਗਵੇਂ ਦੇ ਦਿਓ, ਜਿੱਥੋਂ ਸੂਰਜ ਨਿਕਲਦਾ, ਜਿੱਥੇ ਸੂਰਜ ਛਿਪਦਾ ਉੱਥੇ ਤੱਕ ਤੁਹਾਡੇ ਨਾਂ ਦਾ ਝੰਡਾ ਚਲਾ ਦਿਆਂਗੇ। ਚਲੋ 10 ਦਿਨ ਘਟਾਤੇ ਨੇ, 10 ਦਿਨ ਘਟਾਤੇ ਨੇ। ਬੱਲੇ ਬੱਲੇ ਬੱਲੇ। ਆਖਿਆ ਮਹਾਰਾਜ 7 ਦਿਨ ਚ ਕੀ ਬਣ ਚੱਲੇ? 7 ਦਿਨ ਵਿੱਚ ਕੀ ਬਣ ਚੱਲਿਆ? ਗਰੀਬ ਨਵਾਜ਼ ਇਹ ਤਾਂ ਸਾਨੂੰ ਲਾਰੇ ਲਾਉਂਦੇ ਪਏ, ਇਸ ਤਰ੍ਹਾਂ ਜਿਹੜੇ ਬੱਚਿਆਂ ਨੂੰ ਲਾਰੇ ਲਾਏ ਜਾਂਦੇ ਨੇ। ਗੁਰੂ ਸਾਹਿਬ ਨੇ ਆਖਿਆ ਦਇਆ ਸਿੰਘ ਜੀ ਤੁਹਾਨੂੰ ਸਾਡੇ ਤੇ ਯਕੀਨ ਨਹੀਂ ਰਿਹਾ। ਆਖਿਆ ਦਇਆ ਸਿੰਘ ਜੀ ਅਸੀਂ ਤੀਸਰਾ ਵਚਨ ਗੁਰੂ ਨਾਨਕ ਸਾਹਿਬ ਨੂੰ ਵਿੱਚ ਜਾਮਨ ਲੈ ਕੇ ਲੱਗੇ ਕਹਿਣ ਕਿ ਸਾਨੂੰ ਅਸੀਂ ਗੁਰੂ ਨਾਨਕ ਸਾਹਿਬ ਦਾ ਵਾਸਤਾ ਪਾ ਕੇ ਲੱਗੇ ਕਹਿਣ ਕਿ ਸਾਨੂੰ ਗੁਰੂ ਨਾਨਕ ਸਾਹਿਬ ਦੇ ਵਾਸਤੇ 2 ਦਿਨ ਦੇ ਦਿਓ। 2 ਦਿਨ ਦੇ ਦਿਓ। ਉਹ ਐਡੇ ਐਡੇ ਵੱਡੇ ਨਹੀਂ ਖੜ ਸਕੇ, ਐਡੇ ਐਡੇ ਵੱਡੇ ਗੁਰੂ ਦੇ ਸਾਹਮਣੇ ਨਹੀਂ ਖੜ ਸਕੇ। ਉਹ ਜਿਹੜੇ ਗੁਰੂ ਦੇ ਸਾਹਮਣੇ ਸਿਰ ਵੱਡੇ 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 ਹੱਸ ਕੇ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਛਾਲਾ ਮਾਰ ਮਾਰ ਕੇ ਸਿਰ ਦਿੱਤੇ, ਮੇਰਾ ਸਿਰ ਲੈ ਲਓ, ਮੇਰਾ ਸਿਰ ਲੈ ਲਓ। ਅਸੀਂ ਕਿੱਥੇ ਖੜ ਜਾਵਾਂਗੇ? ਖੜ ਜਾਵਾਂਗੇ ਕਿਉਂ? ਖੜ ਸਕਦੇ ਖੜ ਜਾਵਾਂਗੇ ਨਾ। ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ, ਮੈਂ ਤੇ ਤੇਰੇ ਚਰਨੀ ਲੱਗਾ, ਰੱਖ ਲਓ। ਮੇਰੇ ਤਾਂ ਗੁਣ ਹੀ ਕੋਈ ਨਹੀਂ, ਆਪਕਣ ਭਰੇ ਇੱਕ ਗੁਣ ਨਹੀਂ, ਅੰਮ੍ਰਿਤ ਛਾੜ ਵੇਖਿਆ ਵੇਖ ਖਾਹੀ। ਆਖਿਆ 2 ਦਿਨ ਮੰਗਵੇ ਦੇ ਦੇ। ਤੇ ਕਲਗੀਧਰ ਪਾਤਸ਼ਾਹ ਜੀ ਨੇ ਜਦ ਬਚਨ ਕੀਤੇ ਵੀ 2 ਦਿਨ ਮੰਗਵੇ ਦੇ ਦਿਓ, ਤੇ ਪੰਜਾਂ ਪਿਆਰਿਆਂ ਨੇ ਆਖਿਆ ਕਲਗੀਆਂ ਵਾਲਿਆ ਭਲਾ 2 ਦਿਨਾਂ ਚ ਕੀ ਬਣ ਜਾਂਦੇ ਆ। ਆਖਿਓ ਦਇਆ ਸਿੰਘ ਸਾਡਾ ਤੇ ਜਿਹੜਾ ਹਾਲ ਹੋਣਾ ਹੋਣਾ ਹੀ ਹੈ, ਪਰ ਜਾਓ ਇਹਦੇ ਚ ਕੋਈ ਸ਼ੱਕ ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਹੜੀਆਂ ਮੁਸ਼ਕਲਾਤਾਂ ਚੋਂ ਲੰਘਣਾ ਪੈਣਾ, ਪਰ ਦਇਆ ਸਿੰਘ ਗੱਲ ਯਾਦ ਰੱਖਿਓ, ਜਿਹੜਾ ਰਾਜ ਅੱਜ ਭੰਗ ਦੇ ਭਾਅ ਮਿਲਦਾ ਸੀ ਨਾ, ਇਹ ਮਿਲ ਹੁਣ ਵੀ ਜਾਏਗਾ, ਪਰ ਗੱਲ ਸਦੀਆਂ ਤੇ ਜਾ ਪਈ। ਗੱਲ ਸਦੀਆਂ ਤੇ ਜਾ ਪਈ। ਦਇਆ ਸਿੰਘ ਇਸ ਸਮੇਂ ਨੂੰ ਯਾਦ ਕਰ ਕਰਕੇ ਨਾਲੇ ਰੋਇਆ ਕਰੋਗੇ ਤੇ ਨਾਲੇ ਪਛਤਾਇਆ ਕਰੋਗੇ। ਮਾਫ ਕਰਨਾ ਜੋਗਾ ਕਹਿ ਦੇਣਾ ਬੜਾ ਸੌਖਾ ਹੈ, ਗੁਰੂ ਜੋਗਾ ਕਹਿ ਦੇਣਾ ਬੜਾ ਸੌਖਾ, ਗੁਰੂ ਜੋਗਾ ਕਹਿ ਤੱਕ ਗੁਰੂ ਜੋਗਾ। ਗੁਰਦੇਵ ਨੇ ਆਖਿਆ ਜੋਗਿਆ ਜੇ ਤੂੰ ਮੇਰੇ ਜੋਗਾ, ਗੁਰੂ ਤੇਰੇ ਜੋਗਾ। ਸਮਾਂ ਆਇਆ, ਸਮਾਂ ਆਇਆ। ਗੁਰੂ ਕੀ ਸਿੰਘ ਜੋਗਾ ਭਰ ਜਵਾਨੀ ਉਮਰ ਚ ਗਿਆ। ਇਹਦੇ ਮਾਤਾ ਪਿਤਾ ਜੀ ਚੱਲ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਤੇ ਗੁਰਦੇਵ ਦੇ ਚਰਨਾਂ 'ਚ ਬੇਨਤੀ ਕੀਤੀ, ਕਲਗੀਆਂ ਵਾਲਿਆ ਭਾਈ ਜੋਗਾ ਜਵਾਨ ਹੋ ਗਿਆ, ਕਿਰਪਾ ਕਰੋ ਇਹਦੀ ਸ਼ਾਦੀ ਕਰਨੀ ਹੈ। ਮਹਾਰਾਜ ਥੋੜੇ ਕੁ ਦਿਨ ਦੀ ਭਾਈ ਜੋਗੇ ਨੂੰ ਛੁੱਟੀ ਦੇ ਦਿਓ ਤੇ ਵਿਆਹ ਕਰਾਉਣ ਤੋਂ ਬਾਅਦ ਤੇ ਵਾਪਸ ਆ ਜਾਏਗਾ। ਗੁਰੂ ਸਾਹਿਬ ਨੇ ਕੋਈ ਨਹੀਂ ਭਾਈ ਲੈ ਜਾਓ ਜੋਗੇ, ਲੈ ਜਾਓ ਭਾਈ ਜੋਗੇ ਨੂੰ, ਕੋਈ ਗੱਲ ਨਹੀਂ। ਪਰ ਗੁਰੂ ਪਿਆਰਿਓ ਜੋਗੇ ਨੂੰ ਲੈ ਜਾਓ ਤੇ ਜਦੋਂ ਜੋਗਾ ਲੱਗਾ ਨਾ ਤੁਰਨ, ਤੇ ਗੁਰੂ ਨੇ ਆਖਿਆ ਜੋਗਿਆ ਗੱਲ ਸੁਣ। ਜੋਗਿਆ ਗੱਲ ਯਾਦ ਰੱਖੀ, ਇੱਕ ਦਿਨ ਤੂੰ ਬਚਨ ਦਿੱਤੇ ਸਨ ਕਿ ਗਰੀਬ ਨਵਾਜ ਜੋਗਾ ਤੇਰੇ ਜੋਗਾ। ਜੋਗਿਆ ਵੇਖੀ ਕਿਤੇ ਇਹਨਾਂ ਬਚਨਾਂ ਨੂੰ ਭੁੱਲ ਨਾ ਜਾਏ। ਤੇ ਜੋਗਾ ਕਹਿੰਦਾ ਬਾਦਸ਼ਾਹ ਤੁਹਾਡਾ ਸਿੱਖ ਹੋਵੇ ਤੇ ਭੁੱਲ ਜਾਏ। ਬੱਲੇ 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 ਮਾਰਾ ਮੈਂ ਕਦੇ ਨਹੀਂ ਭੁਲਾਵਾਂਗਾ। ਜੋਗਾ ਘਰ ਚਲਾ ਗਿਆ। ਲਾਲਾ ਸਖਤ ਕਸਵੱਟੀਆਂ ਪਰਖਦਾ, ਰੱਬ ਪਰਖਦਾ ਭਗਤਾਂ ਪਿਆਰਿਆਂ ਨੂੰ, ਤੇ ਕਦੇ ਦੇਗਾਂ ਦੇ ਵਿੱਚ ਹੈ ਕਾੜ ਦਿੰਦਾ, ਕਦੇ ਫੇਰਦਾ ਸਿਰਾਂ ਤੇ ਆ ਰਿਹਾ। ਕਹਿੰਦੇ ਨੇ ਭਾਈ ਜੋਗਾ ਸਮਾਂ ਆਉਣ ਤੇ ਦੀ ਬਰਾਤ ਚੜੀ। ਗੁਰੂ ਕੀ ਸੰਗਤ ਬਰਾਤ ਇਹਦੇ ਸਹੁਰੇ ਪਰਿਵਾਰ ਦੇ ਪਿੰਡ ਜਾਂ ਨਗਰ ਚ ਪੁੱਜੀ। ਇੱਥੇ ਗੁਰੂ ਕੀ ਸੰਗਤ ਜਦੋਂ ਆਨੰਦ ਕਾਰਜਾਂ ਦੀ ਰਸਮ ਲੱਗੀ ਨਾ ਅਦਾ ਹੋਣ, ਇਧਰੋਂ ਕਲਗੀਧਰ ਪਾਤਸ਼ਾਹ ਨੇ ਇੱਕ ਸਿੱਖ ਦੇ ਹੱਥੀ ਚਿੱਠੀ ਲਿਖ ਕੇ ਦਿੰਦੇ ਆਖਿਆ ਸਿੱਖਾ ਆ ਚਿੱਠੀ ਜੋਗੇ ਨੂੰ ਉਦੋਂ ਦੇਣੀ ਜਦੋਂ 2 ਲਾਵਾਂ ਲੈ ਲਵੇ ਤੇ 2 ਲਾਵਾਂ ਬਾਕੀ ਰਹਿ ਜਾਣ। ਪਰ ਖਾਲਸਾ ਜੀ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਈ, ਰਾਮ ਕਸੌਟੀ ਸੋ ਸਹਿ ਜੋ ਮਰਜੀ ਵਾਹ। ਇਧਰੋਂ ਸਿੱਖ ਅਨੰਦਪੁਰ ਸਾਹਿਬ ਤੋਂ ਚਿੱਠੀ ਲੈ ਕੇ ਨਾ ਗੁਰੂ ਕੀ ਸੰਗਤ ਉੱਥੇ ਪੁੱਜਾ ਜਿੱਥੇ ਭਾਈ ਜੋਗਾ ਜੀ ਆਨੰਦ ਕਾਰਜਾਂ ਦੀ ਰਸਮ ਅਦਾ ਹੋ ਰਹੀ ਸੀ। ਤੇ ਭਾਈ ਜੋਗਾ ਜੀ ਲਾਵਾਂ ਲੈਣ ਵਾਸਤੇ ਗੁਰੂ ਕੀ ਸੰਗਤ ਆਨੰਦ ਕਾਰਜਾਂ ਤੇ ਬੈਠੇ ਨੇ। ਮਾਫ ਕਰਨਾ 2 ਲਾਵਾਂ ਲਈਆਂ ਨੇ, 2 ਲਾਵਾਂ। ਤੀਜੀ ਲਾਮ ਤੇ ਚੜ੍ਹਨਾ ਸੀ
ਸਿੱਖ ਨੇ ਚਲਾ ਕੇ ਚਿੱਠੀ ਭਾਈ ਜੋਗੇ ਦੇ ਅੱਗੇ ਮਾਰੀ। ਆਖਿਆ ਜੋਗਿਆ ਤੇਰੇ ਗੁਰੂ ਦੀ ਚਿੱਠੀ ਆਈ। ਦਸ਼ਮੇਸ਼ ਜੀ ਦੀ ਚਿੱਠੀ ਆਈ। ਚਿੱਠੀ ਮਾਫ ਕਰਨਾ, ਜਦੋਂ ਚਿੱਠੀ ਖੋਲੀ ਨਾ ਚਿੱਠੀ ਖੋਲੀ ਤੇ ਚਿੱਠੀ ਤੇ ਲਿਖਿਆ ਸੀ ਜੋਗਿਆ ਜੇ ਬੈਠਾ ਤੇ ਉੱਠ, ਜੇ ਬੈਠਾ ਤੇ ਉੱਠ ਪੈ, ਜੇ ਉੱਠਾ ਤੇ ਜਾਗ ਚੱਲ ਪੈ, ਜੇ ਚੱਲੀਏ ਤੇ ਛੇਤੀ ਅਨੰਦਪੁਰ ਸਾਹਿਬ ਪਹੁੰਚ ਜਾ। ਵੇਖੀ ਜੋਗਿਆ ਮਤੇ ਕਿਸੇ ਦਲੀਲ ਦੇ ਵਿੱਚ ਨਾ ਪੈ ਜਾ। ਚਿੱਠੀ ਪੜ੍ਹਦੇ ਸਰ ਭਾਈ ਜੋਗਾ ਉੱਠ ਪਿਆ। ਜਦੋਂ ਉੱਠ ਪਿਆ ਪੱਲੂ ਖਸਕਾਲੇ, ਜੋ ਉਸ ਸੱਜ ਵਿਆਹੀ ਔਰ ਦੇ ਹੱਥ ਵਿੱਚ ਪੱਲੂ ਪਕੜਾਇਆ ਸੀ, ਉਹ ਪੱਲੂ ਛਡਾਏ। ਇਹਦੇ ਪਿਤਾ ਨੇ ਆਖੇ, ਸਾਖ ਸੰਬੰਧੀਆਂ ਨੇ ਆਖੇ, ਆਖਿਆ ਜੋਗਿਆ ਕੀ ਗੱਲ? ਆਖਿਆ ਮੇਰੇ ਗੁਰੂ ਦੀ ਚਿੱਠੀ ਆਈ, ਮੇਰੇ ਗੁਰੂ ਦੀ ਚਿੱਠੀ ਆਈ ਹੈ ਕਿ ਜੋਗਿਆ ਬੈਠਿਆ ਤੇ ਉੱਠ ਪੈ, ਉੱਠਿਆ ਤੇ ਤੁਰ ਪੈ, ਤੁਰਿਆ ਤੇ ਛੇਤੀ ਅਨੰਦਪੁਰ ਸਾਹਿਬ ਆ ਜਾ। ਇਹਦੇ ਪਿਓ ਨੇ ਆਖਿਆ ਚਿੱਠੀ ਆ ਗਈ, ਫਿਰ ਕੀ ਗੱਲ? ਬੇਟਾ ਕੱਲ 15 ਮਿੰਟ ਦੀ ਗੱਲ, ਲਾਵਾ ਲੈ ਕੇ ਚਲਾ ਜਾ। ਤੇਰੀ ਸੱਸ ਨੇ ਆਖਿਆ, ਸਹੁਰੇ ਨੇ ਆਖਿਆ 15 ਮਿੰਟ? ਆਖਿਆ 15 ਮਿੰਟ, 15 ਮਿੰਟ ਇੱਥੇ ਤੇ 1 ਸਕਿੰਟ ਸੋਚਣ ਦਾ ਹੁਕਮ ਨਹੀਂ ਹੈ। ਇੱਥੇ ਤਾਂ ਹੁਕਮ ਹੈ ਬੈਠਾ ਤੇ ਉੱਠ ਪੈ। ਬੜਾ ਜ਼ੋਰ ਲਾਇਆ, ਪਰ ਕੀ ਆਈਆਂ ਹੋਣਗੀਆਂ, ਕੀ ਆਈਆਂ ਹੋਣਗੀਆਂ ਉਸ ਸੱਜ ਵਿਆਹੀ ਔਰਤ ਦੇ ਮਨ ਵਿੱਚ। ਜਦੋਂ ਭਾਈ ਜੋਗੇ ਨੇ ਪੱਲੂ ਛਡਾਇਆ ਹੋਏਗਾ, ਖਾਲਸਾ ਦੀ ਤੁਰ ਪਿਆ, ਤੁਰ ਪਿਆ, ਤੁਰ ਪਿਆ, ਕਿਰਪਾ ਜੀ ਤੁਰ ਪਿਆ, ਲਾਵਾਂ ਛੱਡ ਕੇ ਤੁਰ ਪਿਆ। ਤੁਰਿਆ ਜਾਂਦਾ ਹੈ ਤੇ ਮਨ ਵਿੱਚ ਸੋਚਦਾ ਜੋਗਿਆ ਗੁਰੂ ਦੇ ਸਿੱਖ ਤੇ ਬੜੇ ਹੋਣਗੇ, ਪਰ ਤੇਰੇ ਵਰਗਾ ਸਿੱਖ ਕੋਈ ਹੋਵੇਗਾ? ਬਸ ਮਾਨ ਕਰੇ ਬੋ ਮੁਨੀਵਰਾ। ਹੋ ਮੈਂ ਹਾਂ ਜਾਤ ਹੈ, ਹੋ ਮੈਂ ਕਰਮ ਕਮਾਏ, ਹੋ ਮੈਂ ਇਹੀ ਬੰਦਨਾ ਫਿਰ ਜੋਨੀ ਪਾਏ, ਹੋ ਮੈਂ ਇਹਦੇ ਜਨਮ ਮਰਨ ਦਾ ਕਾਰਨ ਬਣਦੀ। ਜੋਗਿਆ ਤੇਰੇ ਵਰਗਾ ਕੋਈ ਸਿੱਖ ਹੋਵੇਗਾ? ਉਹ ਲਾਵਾਂ ਛੱਡ ਕੇ ਤੁਰ ਪਿਆ, ਉਹ ਰਿਸ਼ਤੇਦਾਰਾਂ ਦੀ ਪਰਵਾਹ ਨਹੀਂ ਕੀਤੀ। ਸੰਤ ਬਾਬਾ ਅਤਸਮ ਮਸਤੂ ਆਣਾ, ਜਿਨ੍ਹਾਂ ਦੀ ਕੱਲ ਜੋ ਸੰਤ ਸਮਾਗਮ ਰੱਖਿਆ ਜਿਹੜੇ ਮਹਾਂਪੁਰਖਾਂ ਦੇ ਨਿਮਿਤ, ਜੋ ਜਾਣੇ ਹੋ ਕੱਥ ਨਹੀਂ ਕਰਦਾ। ਜਿਹੜਾ ਕਹਿੰਦਾ ਮੇਰੇ ਵਰਗੀ ਗੁਰੂ ਗ੍ਰੰਥ ਦੀ ਕਥਾ ਨਹੀਂ ਕਰ ਸਕਦਾ, ਕੋਈ ਕਹੇ ਮਾਰੇ ਜਾਓਗੇ, ਮਤੇ ਹਉਮੈ ਦੇ ਸੰਗਲ ਗੱਲ ਨਾ ਮਾਰਿਓ, ਮਾਰੇ ਜਾਓਗੇ, ਮਾਰੇ ਜਾਓਗੇ। ਇੱਥੇ ਤੇ ਸਮਰੱਥ ਗੁਰੂ ਕਹਿ ਰਿਹਾ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ, ਸਭ ਤੇ ਵੱਡਾ, ਸਭ ਤੇ ਵੱਡਾ ਜਿਨ ਕਲ ਰਾਖੀ ਮੇਰੀ। ਸਮਰੱਥ ਗੁਰੂ ਕੀ ਕਹਿ ਰਿਹਾ ਹੈ? ਮਾਫ ਕਰਨਾ ਖਾਲਸਾ ਦੀ ਮਾਰੇ ਜਾਵਾਂਗੇ, ਮਾਰੇ ਜਾਵਾਂਗੇ ਜਿੱਥੇ ਮੈਂ ਆ ਗਈ ਗਿਆ, ਜਿੱਥੇ ਹਉਮੈ ਆ ਗਈ ਗਿਆ, ਮੈਂ ਆ ਗਈ ਗਿਆ। ਮਸਤ ਵਾਲੇ ਮਹਾਂਪੁਰਖ ਕਿਸੇ ਸਮੇਂ ਸੰਗਤ ਨੇ ਬੇਨਤੀ ਕੀਤੀ, ਬਾਬਾ ਜੀ ਖਾਲਸਾ ਦੀ ਇੰਨੀ ਕਮਾਈ ਦੇ ਮਾਲਕ, ਇੰਨੀ ਕਮਾਈ ਦੇ ਮਾਲਕ ਜਿਨ੍ਹਾਂ ਨੇ 365 ਗੁਰਦੁਆਰਾ ਬਣਾਏ, 19.5 ਲੱਖ ਗੁਰੂ ਕੇ ਸੰਗਤਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜਿਆ। ਖਾਲਸਾ ਦੀ ਅੰਗਰੇਜ਼ ਦਾ ਰਾਜ ਸੀ, 40 ਕਾਲਜ ਤੇ 700 ਸਕੂਲ ਬਣਾਏ ਕਿ ਕੌਮ ਪੜ੍ਹ ਲਿਖ ਜਾਵੇਗੀ ਤੇ ਗੁਰੂ ਘਰ ਦੀ ਸੋਝੀ ਵੀ ਆਵੇਗੀ। ਕਹਦੇ ਵੈਰੂ ਵਿਦਿਆ ਵਿਚਾਰੀ ਤਾਂ ਪਰ ਪੁਤਾਰੀ। ਐਡੀ ਵੱਡੀ ਹਸਤੀ, ਇੰਨੀ ਤਪੱਸਿਆ, ਮਸਤੂ ਵਾਲਾ ਸੰਗਰੂਰ ਜ਼ਿਲ੍ਹੇ ਦੀ ਜੜ੍ਹਾਂ 'ਚ ਪੈਂਦਾ। ਸ਼੍ਰੀ ਜਾਪ ਸਾਹਿਬ ਸ਼ਬਦ ਆਉਂਦਾ, ਗੋਬਿੰਦੇ ਮੁਕੰਦੇ ਉਧਾਰੇ ਪਾਰੇ ਹਰੀਏ ਕਰੀਏ ਨਿਰਨਾਮੇ ਇੱਕ ਹਕਾਮੇ। ਇਸ ਸ਼ਬਦ ਦਾ ਜਾਪ ਇੱਕ ਕਦਮ ਤੇ ਕਰਦੇ ਕਰਦੇ ਸੰਗਰੂਰ ਤੋਂ ਚੱਲ ਕੇ ਸੱਚਖੰਡ ਹਜ਼ੂਰ ਸਾਹਿਬ ਦੀ ਧਰਤੀ ਤੇ ਪੁੱਜਿਆ ਸਨ। ਕਿਸੇ ਮੌਕੇ ਸੰਗਤ ਨੇ ਬੇਨਤੀ ਕੀਤੀ, ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਕਰਕੇ ਸਮਝਾਓ। ਮਹਾਂਪੁਰਖਾਂ ਨੇ ਹੱਥ ਜੋੜ ਦਿੱਤੇ, ਪੜ੍ਹੋ। ਜਿਸ ਦਰਖਤ ਤੇ ਫਲ ਲੱਗਦੇ ਨੇ, ਜਿੰਨਾ ਫਲ ਮੋਟਾ ਹੁੰਦਾ ਉਹਨਾਂ ਝੁਕਦਾ ਜਾਂਦਾ, ਝੁਕਦਾ ਜਾਂਦਾ, ਨੀਵਾਂ ਹੁੰਦਾ ਜਾਂਦਾ। ਮਹਾਂਪੁਰਖਾਂ ਹੱਥ ਜੋੜ ਦਿੱਤੇ। ਜਦੋਂ ਹੱਥ ਜੋੜ ਦਿੱਤੇ, ਸੰਗਤ ਨੇ ਆਖਿਆ, ਬਾਬਾ ਜੀ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਕਰਕੇ ਸਮਝਾਓ। ਸਤਿਪੁਰਸ਼ਾਂ ਨੇ ਫਿਰ ਹੱਥ ਜੋੜ ਦਿੱਤੇ। ਜਦੋਂ ਤੀਜੀ ਵਾਰੀ ਬੇਨਤੀ ਕੀਤੀ ਤਾਂ ਤੀਜੀ ਵਾਰੀ ਫਿਰ ਸਤਿਪੁਰਸ਼ਾਂ ਨੇ ਹੱਥ ਜੋੜ ਦਿੱਤੇ। ਸੰਗਤ ਲੱਗੀ ਕਹਿਣ, ਬਾਬਾ ਜੀ ਅਸੀਂ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਕਰਕੇ ਸਮਝਾਓ, ਆਪ ਨੇ ਹੱਥ ਜੋੜ ਦਿੱਤੇ। ਸੰਤ ਲੱਗੇ ਕਹਿਣ, ਤੁਸੀਂ ਸਮਝੇ ਨਹੀਂ। ਆਖਿਆ, ਬਾਬਾ ਜੀ ਨਹੀਂ ਸਮਝੇ। ਆਖਿਆ ਨਹੀਂ ਸਮਝੇ ਤੇ ਹੁਣ ਸਮਝ। ਮਹਾਂਪੁਰਖਾਂ ਫਿਰ ਹੱਥ ਜੋੜ ਦਿੱਤੇ। ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾ ਅਰਥ ਸਮਝਾਉਣੇ। ਬੰਦੇ ਤੁਹਾਨੂੰ ਅਰਥ ਕੀ ਸਮਝਾਈਏ? ਕਹਿੰਦੇ ਨੇ ਜਿਹੜੇ ਸ਼ਬਦ ਅੱਜ ਅਰਥ ਕਰਦੇ ਨਾ ਤੇ ਦੂਜੇ
ਦਿਨ ਉਸੇ ਸ਼ਬਦ ਦੇ ਅਰਥ ਫਿਰ ਬਦਲ ਜਾਂਦੇ ਨੇ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ। ਦਤਾਰ ਗੁਰੂ ਸਾਹਿਬ ਦੀ ਬਾਣੀ ਨੇ ਅਰਥ ਸਮਝਾਉਣੇ। ਇਹ ਸਮਝ ਲਓ ਵੀ ਹੱਥ ਜੋੜ ਕੇ ਜਵਾਬ ਦੇਣ ਵਾਲੀ ਗੱਲ, ਹੱਥ ਹੀ ਜੋੜੇ ਨੇ ਚੰਗੇ ਨੇ। ਇੱਥੇ ਸਮਰੱਥ ਨੂੰ ਪੱਗ ਕਿਹੜਾ ਸਮਝ ਸਕਦਾ? ਸਮਝ ਸਕਦਾ? ਕਹਿ ਦਿਓ ਵਾਹਿਗੁਰੂ। ਉਹ ਸਮਰੱਥ ਗੁਰੂ ਦੀ ਬਾਣੀ ਹੈ, ਸਮਰੱਥ ਗੁਰੂ ਦੀ ਬਾਣੀ ਤੇ ਸਮਰੱਥ ਨੂੰ ਅਨਪੱਗ ਕੀ ਸਮਝ ਸਕਦਾ? ਭਾਈ ਜੋਗਾ ਤੁਰ ਪਿਆ ਖਾਲਸਾ ਜੀ। ਓਹੋ, ਤੇ ਰਸਤੇ ਵਿੱਚ ਸੋਚਦਾ ਜਾਂਦਾ ਤੇਰੇ ਵਰਗਾ ਕੋਈ ਗੁਰੂ ਦਾ ਸਿੱਖ ਹੋਊਗਾ, ਮਾਫ ਕਰਨਾ। ਤੇ ਜਦੋਂ ਹੁਸ਼ਿਆਰਪੁਰ ਆਇਆ ਨਾ ਤੇ ਲੱਗਾ ਬਾਜ਼ਾਰ ਦੇ ਵਿੱਚੋਂ ਲੰਘਣ, ਤੇ ਬਾਜ਼ਾਰ ਦੇ ਵਿੱਚ ਖਾਲਸਾ ਦੀ ਮੰਦਾ ਬਾਜ਼ਾਰ ਸੀ, ਵੇਸਵਾ ਦਾ ਚਬਾਰਾ ਸੀ। ਓਹੋ, ਜਦੋਂ ਗੁਰੂ ਦਾ ਬਚਨ ਯਾਦ ਸੀ ਲਾਵਾ ਛੱਡ ਕੇ ਤੁਰ ਪਿਆ। ਜਦੋਂ ਗੁਰੂ ਦਾ ਬਚਨ ਭੁੱਲ ਗਿਆ ਨਾ ਤੇ ਵੇਸਵਾ ਦੇ ਦੁਆਰੇ ਟੁਰ ਗਿਆ। ਵੇਸਵਾ ਦੁਆਰਾ ਓਹੋ, ਵੇਖਿਆ ਗੁਰੂ ਨੇ ਆਪੇ ਦੈਂਤ ਲਾਏ ਦਿੱਤੇ ਭਗਤ ਜਨਾਂ ਕੋ। ਗੁਰਬਾਣੀ ਤੁਕ ਆਉਂਦੀ ਇੱਕ ਥਾਂ, ਆਪੇ ਮਾਰ ਜਵਾਲ ਦਾ ਸਾਹੂ, ਆਪੇ ਪਰਚਾ ਪਾਉਂਦਾ, ਆਪੇ ਗੁਰੂ ਕੀ ਸੰਗਤ ਇੱਕ ਪਾਸੇ ਹੱਥ ਦੇ ਕੇ ਰੱਖਦਾ ਵੀ ਹੈ, ਪਰ ਜਨਾਉਂਦਾ ਗੁਰੂ ਨਹੀਂ ਚਾਹੁੰਦਾ ਕਿ ਗੁਰੂ ਦੇ ਸਿੱਖ ਨੂੰ ਹਉਮੈ ਹੋਵੇ। ਗੁਰੂ ਨੇ ਤੇ ਆਪਣੀ ਹਉਮੈ ਜਤਾਈ ਕਿਤੇ, ਗੁਰੂ ਨੇ ਤਾਂ ਆਪ ਕਿਤੇ ਹਉਮੈ ਭਰੀ ਗੱਲ ਨਹੀਂ ਕੀਤੀ। ਜਦ ਸਾਥ ਪੜ੍ਹ ਕੇ ਵੇਖੀ ਤਾਂ ਖੀਰ ਤੇ ਕਿਹਾ ਮਧਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ का जिसका सब आधारो, जे को खादा जे को बुंचा, जिसका होए आधारो ए वस्त तजी न जाई, नित नित रखो तारो सम तम संसार, चरणक परिया सब नानक ब्रह्म पसारो। श्लोक महला बल्ले बल्ले बल्ले, श्लोक महला पंजवां क्या है ना, ये तो अगे बाणी नहीं है, राग माला बाणी के रूप में उच्चारण की कब है। इतों अगे गुरु साहब ने महाकाली ने राग वाला इतों अगे उच्चारण की। इस तो पहला बाणी ते सिखा ने कहा महाराज परमेश्वर का जस लिख दिता जिन्हें लिखना सी। समर्थ गुरु की कह रहा, तेरा कीता जतो नहीं मैनो जोग कतोई, मैं निर्गुण यारे को गुण नहीं, आपे तरस पियोई, तरस पिया मेहरमत होई। जदों रब किसे ते तरस करदा, जदों वहरू किसे ते तरस करदा की करदा, उदों मेहर दा मींह पाउंदा। तरस पिया मेहरमत होई, सतगुरु सज्जन मिलिया, उदों गुरु शरण मिलदी। नानक नाम मिले तो जीवन तन मन थीवे। समर्थ गुरु कहंदा तेरा कीता जाने, तू किन्ना क बेअंत है, तू बेअंत को बरला जाने। ते खालसा जी गुरु हुण किथे चाहुंदा कि सिख नूं हउमੈ हो। भाई जोगा खालसा जी सूर छिप चुका, माफ करना एक पासे बेसवा के द्वारे ते जद पढ़िया ना बेसवा द्वारा मन बकारी हो गया, खालसा जी मैला हो गया। चबारे ते लगा चढ़न, समर्थ गुरु ने अपने बुढ़ापण की परवाह न करदे अपने आप एक पहरेदार के रूप में प्रगट किया। हाथ च नेजा ते सियाला के दिन सन, कंबली की बुक्कल मार के गुरु सतवीं पौड़ी ते खड़ गए। भाई जो कि पंजवीं पौड़ी ते खड़ा, गुरुदेव सतवीं पौड़ी ते पहरेदार बन के खड़े ने। पातशाह कहते की गल भाई, आख्या मेरा बेसवा नूं मिल गया। हर जो हंकार ना भावी वेद कूक सुनावे, गुरुदेव ने आख्या प्रेमिया तू बेसवा नूं नहीं मिल सकता। अज बेसवा के घरे कोई बहुत बड़ा शाहूकार ठहरिया, तू नहीं मिल सकता, चल वापस मुड़ गया। खालसा जी रात के 11 बजे का समा आया, भाई जोगा फिर गया। हजूर ने जिवें आपां खंघदे खंघूरा मारे, आखे कौन है? आखा जी बेसवा दे जाना। काम क्रोध काया को गाला जू कंचन सुहागा ढाला। ते गुरुदेव ने आख्या प्रेमिया तेनू पहला आख्या ना तू अज नहीं मिल सकता, चल। फिर वापस मुड़िया ते रात के 1 बजे का समा हो गया। अमृत वेला रब दे प्यारियां दा नाम जपण दा समा। जदों 1 बजे गया ना, असीं भुल गए खालसा जी, असीं भुल गए मालिक। खालसा जी भाई जोगा तीजी बारी गया रात 1 बजे। गुरुदेव ने आख्या प्रेमिया की गल है, किनू मिलना है?
आख्या महाराज पहरेदार नूं आख्या जी मिलना ते वेसवा नूं कलगीधर पातशाह अगे कहण पहरेदार बन के खलोते सन। आख्या सिंगा आख्या प्रेमिया तेरे सिर ते नीली पीली दस्तार है, सिंगा तेरे घर कृपान है, तेरे तेड़क शहर है, सिंगा वेखन तू गुरु गोबिंद सिंह दा सिख प्रतीत होंदा। सिखा ये तेरा अमृत वेला संभालन दा समय, बाणी पढ़न दा समय। ओ सिखा तू इंज लगदा जिवें कलगीधर दा सिख होवे एक वेसवा दे द्वारे खलोता ते तू शोभा ही नहीं दिंदा। ओह एकदम होश जाया। ओह मैं किथे अखरी लिखण बोलण बाण, अखरा सिर संजोग वखाण, अखरा अखरा दी लड़ाई। एक ओ अखर सन चिट्ठी दे ओ अखर सन जिन्हां अखरां ने लावा छड्ड के तुरन लई मजबूर कर दिता। एक ओ अखर सन वेसवा दुआरा कहदे वैगुरू वेसवा दुआरा, जिन्हां अखरां ने वेसवा दे दरवाजे के अखर लिखे सन, ते जिन्हां अखरां ने भाई जोगे दे पैरां नूं ब्रेकां लातीआं सन। एक आ अखर ने जिन्हां अखरां ने भाई जोगे नूं सत्संग जी वेसवा दा द्वारा छड्ड के चलण लई मजबूर कर दिता। ताहां निकल गईआं। ओह पैंदा तक करदे आनंदपुर पुजे है। खालसा जी जिहड़ा चोर चोरी करदे सन ते पकड़िया जावे ਉਹਦੇ ਕੋਲ ਮੁਕਰਨ ਦੀ ਕੋਈ ਗੁੰਜਾਇਸ਼ नहीं ਹੁੰਦੀ। पातशाह दरबार लगे सिख ने जोगा आ गया, बड़ी छेती आ गया। जोगा जोगा बड़ी छेती आ गया महाराज, बड़ी छेती आ गया। माफ करना गुरु साहब कहते हैं सिखो हाँ जोगा आ गया। सिख हमारा ब्याह करा के आया, खाली तुरया आंदा, कोई मिठाई भी नहीं लेके आया। गुरु की संगत जोगा आगे बढ़े। खालसा जी कलगीधर पातशाह के चरणों से नमस्कार करके सिर ऊंचा नहीं चकते, सिर नीवा करके बैठ गया। पातशाह ने आख्या जोगिया ओ जोगिया, जोगिया तेरा ब्याह हो गया, तेरी शादी हो गई, ताहा निकल गई, दंद जुड़ गए। जोगिया कोई मिठाई नहीं लेके आ पाई, कोई ब्याह शादी की मिठाई नहीं लेके आ। जोगिया जोगा सिसके ना लेकर रोई जांदा, चित करदा सी धरती फट जाए ते जोगा कर को जोगा। गुरु समर्थ है ना, गुरु समर्थ है ना, चित करदा सी। भाई जोगे दे दंद जुड़ गए, बोले ते बोले की बोले। गुरुदेव ने आख्या जोगिया तू बोलदा नहीं, जोगिया एकदम तू मेरे नाल वादा कीता सी, मैनू कहा सी कि जोगा तुहाडे जोगा। जोगिया असीं तैनू कहा सी जे तू गुरु जोगा ते गुरु तेरे जोगा। जोगिया तू बोलदा क्यों? आख्या जोगिया तू बोलदा क्यों नहीं? जोगिया तैनू की गल हो गई? माफ करना। जोगे नूं पातशाह कहंदे ने जोगिया फिर मैंने बोलना पवेगा, जोगिया फिर मैंने बोलना पवेगा। समर्थ गुरु कहंदा जोगिया जोगिया ये दस बाकी गल्लां ते फिर करांगे। जोगिया तेरी रात किवें गुजरी? जोगिया तेरी रात किवें गुजरी? ताहां निकल गई। कलगीधर पातशाह दे चरणों ते ढह पिया, बुब निकल गई। पातशाह ने जोगिया तेरी रात किवें गुजरी? ओ जोगिया तेनू वचन दे चुके सन। जोगिया तू क्या सी मैं गुरु जोगा। ओ जोगिया तेनू वचन दे चुके सन जे तू गुरु जोगा आज तू गुरु तेरे जोगा। जोगिया मैनू ये नहीं सी पता एक दिन तू मैनू एक वेसवा दा पहरेदार बना। जोगिया सानू ये नहीं सी पता कि एक दिन तू सानू एक वेसवा दा पहरेदार बनावेगा। माफ करना खालसा जी जोगा कलगीधर पातशाह दे चरणां च टके कलगियां वाले बख्श ले। गुरु सदा अपने सिख नूं बख्श दे। गुरु दा हिरदा बड़ा विशाल, ओह जिवें मां दा हिरदा विशाल। जब माफ करना सुत प्राण करता है जेते, बच्चा जिन्नियां गलतियां करदा मां एक भी चेते नहीं रखती। सुत प्राण करता है जेते, जननी कीत ना रख देते। भाई जोगा सिसकियां ले लेके रोले। कलगीधर पातशाह जी ने भाई जोगे नूं बांह तो फड़ के ना गल ना ला लिया। आख्या जोगिया जोगिया ये साखी ये साखी आने वाले समय मेरे सिखां नूं बड़ा रंग दिया करेगी। खालसा जी माफ करना जिथे मैं उत्थे गुरु नहीं सी, जिथे मैं आ गई ओह गुरु सिख दे अंदर मैं नहीं रहन दिंदा। घुमियार भांडा बनाउंदा, एक घुमियार दा हत्थ भांडे दे अंदर हुंदा, बाहरों भांडे नूं कुੱਟਦਾ कह देंदा। बाहरों घुमियार एक फट्टी दे नाल भांडे नूं चेपटी दे अंदर कुੱਟਦਾ, पर एक हत्थ अंदर हुंदा बाहरों भांडे नूं कुੱਟਦਾ, ओदे विंग टिड सीधे करदा, बाहरों फट्टी नाल कुੱਟ के शिंगारदा।
ਖਾਲਸਾ ਜੀ, ਪਰ ਅੰਦਰ ਇੱਕ ਹੱਥ ਹੁੰਦਾ, ਕਿਤੇ ਭਾਂਡਾ ਫੁੱਟ ਨਾ ਜਾਏ, ਕਿਤੇ ਟੁੱਟ ਨਾ ਜਾਏ। ਗੁਰੂ ਬਾਹਰੋਂ ਸਿੱਖ ਨੂੰ ਝਿੜਕਦਾ ਹੈ, ਪਰ ਅੰਦਰੋਂ ਗੁਰੂ ਸਿੱਖ ਨੂੰ ਪਿਆਰ ਕਰਦਾ ਹੈ। ਮਾਂ ਕਈ ਵਾਰੀ ਬੱਚੇ ਨੂੰ ਗਾਲਾਂ ਵੀ ਕੱਢਦੀ, ਝਿੜਕਾਂ ਵੀ ਦਿੰਦੀ ਹੈ, ਪਰ ਖਾਲਸਾ ਜੀ ਕਹਿ ਦਿੰਦੀ ਮਾਂ ਬੱਚੇ ਨੂੰ ਝਿੜਕਾਂ ਵੀ ਦਿੰਦੀ ਹੈ, ਪਰ ਮਾਂ ਅੰਦਰੋਂ ਤੇ ਬੱਚੇ ਨੂੰ ਕਹਿੰਦੀ ਮਾਂ ਮਰ ਜਾਣਾ, ਜੇ ਹੈ ਉਹ ਹੈ ਖਾਲਸਾ ਜੀ, ਪਰ ਮਾਂ ਅੰਦਰੋਂ ਨਹੀਂ ਕਹਿੰਦੀ, ਅੰਦਰੋਂ ਨਹੀਂ ਕਹਿੰਦੀ। ਗੁਰੂ ਜਿਵੇਂ ਮਾਂ ਹਮੇਸ਼ਾ ਬੱਚੇ ਦਾ ਭਲਾ ਮੰਗਦੀ, ਇਵੇਂ ਗੁਰੂ ਵੀ ਸਿੱਖ ਦਾ ਹਮੇਸ਼ਾ ਭਲਾ ਮੰਗਦਾ। ਖਾਲਸਾ ਜੀ ਤਖਤ ਤਾਜਾਂ ਦੇ ਮਾਲਕ, ਫੌਜਾਂ ਦੇ ਜਰਨੈਲ ਕਲਗੀਧਰ ਪਾਤਸ਼ਾਹ ਸਾਰਾ ਸਰਬੰਸ ਸਵਾਰਿਆ ਜਾ ਚੁੱਕਾ। ਮੁਕਤਸਰ ਦੇ ਇਲਾਕੇ ਨੂੰ ਵੱਧਦੇ ਜਾ ਰਹੇ ਖਦਰਾਣੇ ਦੀ ਢਾਬਲ ਪਿੱਛੇ ਸ਼ਾਹੀ ਫੌਜਾਂ ਖਾਲਸਾ ਦੀ ਦੌੜੀਆਂ ਆ ਰਹੀਆਂ ਨੇ, ਮਾਰੋ ਮਾਰ ਕਰਦੀਆਂ ਆ ਰਹੀਆਂ ਨੇ। ਮਾਫ ਕਰਨਾ, ਤੇ ਅਰਸ਼ੀ ਦਤਾਰ ਪਾਤਸ਼ਾਹ ਨੀਲੇ ਤੇ ਸਵਾਰ ਹੋ ਕੇ ਬੜੀ ਮੌਜ ਜਾ ਰਹੇ। ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰੇ, ਹਰ ਭਰਾ ਮੇਰਾ ਚੋਜੀ ਜੀਓ। ਤੇ ਦਾਨ ਸਿੰਘ, ਭਾਈ ਦਾਨ ਸਿੰਘ ਦਾ ਪੁੱਤਰ ਕਾਹਨ ਸਿੰਘ ਕਹਿੰਦਾ ਮਾਰਾ ਫੌਜਾਂ ਪਿੱਛੇ ਨੇੜੇ ਆ ਗਈਆਂ ਨੇ, ਘੋੜੇ ਨੂੰ ਛੇਤੀ ਤੋਰ। ਪਤਾ ਸਮਰੱਥ ਗੁਰੂ ਨੂੰ ਕਿਹਦਾ ਡਰ ਸੀ? ਸੰਤਨ ਅਵਰ ਨਾ ਕਾਹੂ ਜਾਨੀ ਬੇਪਰਵਾਹ, ਸਦਾ ਰੰਘੜ ਕੇ ਜਾ ਕੋ ਪਾਕ। ਭਾਈ ਦਾਨ ਸਿੰਘ ਦਾ ਪੁੱਤਰ ਕਾਹਨ ਸਿੰਘ ਕਹਿੰਦਾ ਮਾਰਾ ਨੀਲੇ ਨੂੰ ਛੇਤੀ ਤੋਰੋ। ਗੁਰੂ ਸਾਹਿਬ ਨੇ ਖਿਆਲ ਨਹੀਂ ਦਿੱਤਾ। ਫਿਰ ਭਾਈ ਕਾਹਨ ਸਿੰਘ ਨੇ ਆਖਿਆ ਮੈਂ ਫੌਜਾਂ ਬੜੀ ਨੇੜੇ ਆ ਗਈਆਂ ਨੇ, ਕਿਰਪਾ ਕਰਕੇ ਨੀਲੇ ਨੂੰ ਛੇਤੀ ਤੋਰੋ। ਗੁਰੂ ਸਾਹਿਬ ਨੇ ਫਿਰ ਖਿਆਲ ਨਹੀਂ ਕੀਤਾ, ਤੇ ਭਾਈ ਕਾਹਨ ਸਿੰਘ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੀਲੇ ਤੇ 2 ਕੋੜੇ ਮਾਰਨੇ ਕੀਤੇ ਕਿ ਘੋੜਾ ਛੇਤੀ ਤੁਰੇ। ਸ਼ਾਇਦ ਗੁਰੂ ਸਾਹਿਬ ਦਾ ਮੇਰੀ ਗੱਲ ਦਾ ਕੋਈ ਖਿਆਲ ਨਹੀਂ। ਜਦੋਂ 2 ਕੋੜੇ ਮਾਰੇ ਨਾ, ਤੇ ਕਲਗੀਧਰ ਪਾਸੇ ਪਿੱਛੇ ਨੂੰ ਮੁੜ ਕੇ ਭਾਈ ਕਾਹਨ ਸਿੰਘ ਨੂੰ ਵੇਖ ਕੇ ਕਹਿੰਦੇ ਨਰਕਾਂ ਦੇ ਅਧਿਕਾਰੀਆ, ਤੇਰੀ ਕੁੱਲ ਨਰਕਾਂ ਨੂੰ ਚਲੀ ਜਾ, ਤੇਰੀ ਕੁੱਲ ਦਾ ਸਤਿਆਨਾਸ਼ ਹੋ ਜਾ। ਨਰਕਾਂ ਦੇ ਅਧਿਕਾਰੀਆ, ਤੇਰੀ ਕੁੱਲ ਦਾ ਬੇੜਾ ਗਰਕ ਹੋ ਜਾ। ਤੂੰ ਸਾਡੇ ਨੀਲੇ ਦੇ ਕੋੜੇ ਕਿਉਂ ਮਾਰੇ ਨੇ? ਭਾਈ ਕਾਹਨ ਸਿੰਘ ਦਾ ਪਿਤਾ ਭਾਈ ਦਾਨ ਸਿੰਘ, ਉਹਦੀ ਤਾਹ ਨਿਕਲ ਗਈ। ਅੱਗੇ ਵੱਧ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਭਾਈ ਦਾਨ ਸਿੰਘ ਨੇ ਬੇਨਤੀ ਕੀਤੀ, ਪਾਤਸ਼ਾਹ ਭਾਈ ਕਾਹਨ ਸਿੰਘ ਤੇ ਬੱਚਾ ਹੈ, ਮਹਾਰਾਜ ਅਸੀਂ ਤੁਹਾਡੀ ਸੇਵਾ ਕਰਦੇ, ਇਹ ਮੇਰਾ ਪੁੱਤਰ ਹੈ, ਇਹਨੇ ਹਯੂਰ ਦੇ ਘੋੜੇ ਦੇ 2 ਕੋੜੇ ਮਾਰੇ ਨੇ। ਕਲਗੀਆਂ ਵਾਲਿਆ, ਆਪ ਜੀ ਨੇ ਬਚਨ ਕਰ ਦਿੱਤਾ, ਆਪ ਜੀ ਨੇ ਬਚਨ ਕਰ ਦਿੱਤੇ, ਤੇਰੀ ਕੁੱਲ ਦਾ ਸਤਿਆਨਾਸ਼ ਹੋ ਜਾਏ, ਤੇਰੀ ਕੁੱਲ ਗਰਕ ਹੋ ਜਾਏ, ਤੇਰੀ ਕੁੱਲ ਨਰਕਾਂ ਨੂੰ ਚਲੀ ਜਾਏ। ਭਾਈ ਦਾਨ ਸਿੰਘ ਨੇ ਬੇਨਤੀ ਕੀਤੀ, ਕਲਗੀਆਂ ਵਾਲਿਆ ਅਸੀਂ ਤੁਹਾਡੇ ਸਿੱਖ ਤੁਹਾਡੀ ਸੇਵਾ ਕਰਦੇ ਹਾਂ, ਕਿ ਸਾਡੀ ਕੁੱਲ ਨਰਕਾਂ ਨੂੰ ਚਲੀ ਜਾਏਗੀ, ਕਿ ਸਾਡੀ ਕੁੱਲ ਗਰਕ ਹੋ ਜਾਏਗੀ, ਕਿ ਸਾਡੀ ਕੁੱਲ ਦਾ ਸਤਿਆਨਾਸ਼ ਹੋ ਜਾਏਗਾ। ਕਲਗੀਧਰ ਪਾਤਸ਼ਾਹ ਭਾਈ ਦਾਨ ਸਿੰਘ ਦਾ ਪ੍ਰੇਮ ਵੇਖ ਕੇ ਸਿਸਕੀਆਂ ਲੈ ਲੈ ਕੇ ਰੋਂਦੇ। ਭਾਈ ਦਾਨ ਸਿੰਘ ਨੂੰ ਬਾਹ ਤੋਂ ਫੜ ਕੇ ਗਲ ਨਾਲ ਲਾ ਕੇ ਲੱਗੇ ਕਹਿਣ, ਦਾਨ ਸਿਆਂ ਜਿਵੇਂ ਮਾਂ ਦੀਆਂ ਗਾਲਾਂ ਬੱਚੇ ਨੂੰ ਨਹੀਂ ਲੱਗਦੀਆਂ, ਇਵੇਂ ਸਿੱਖ ਦੀਆਂ ਗਾਲਾਂ, ਗੁਰੂ ਦੀਆਂ ਗਾਲਾਂ ਵੀ ਸਿੱਖ ਨੂੰ ਨਹੀਂ ਲੱਗਦੀਆਂ। ਆਖਿਆ ਦਾਨ ਸਿਆਂ ਜਿਵੇਂ ਮਾਂ ਬੱਚੇ ਨੂੰ ਉੱਤੋਂ ਉੱਤੋਂ ਗਾਲਾਂ ਕੱਢਦੀ ਹੈ, ਮਾਫ ਕਰਨਾ ਝਿੜਕਦੀ, ਪਰ ਅੰਦਰੋਂ ਪਿਆਰ ਕਰਦੀ। ਦਾਨ ਸਿਆਂ ਇਵੇਂ ਅਸੀਂ ਵੀ ਉੱਤੋਂ ਉੱਤੋਂ ਕਾਹਨ ਸਿੰਘ ਨੂੰ ਝਿੜਕ ਰਹੇ ਸਾਂ। ਮਾਫ ਕਰਨਾ ਗੁਰੂ ਆਪਣੇ ਸਿੱਖ ਨੂੰ ਬੜਾ ਪਿਆਰ ਕਰਦਾ। ਕਿੰਨਾ ਪਿਆਰ ਕਰਦਾ ਇਹ ਆਉਣ ਵਾਲੇ ਦੀਵਾਨ ਵਿੱਚ ਵਿਚਾਰ ਕਰਾਂਗੇ। ਗੁਰੂ ਨੇ ਤਾਂ ਕੀਤਾ ਹੀ ਸਿੱਖ ਨੂੰ ਪਿਆਰ ਕਹੋਗੇ, ਗੁਰੂ ਨੇ ਤਾਂ ਪਿਆਰ ਹੀ ਸਿੱਖ ਨੂੰ ਕੀਤਾ। ਮਾਫ ਕਰਨਾ ਤੇ ਜਰਾ ਧਿਆਨ ਦੇਣਾ ਪਵੇਗਾ, ਗੁਰੂ ਕਿੱਥੇ ਚਾਹੁੰਦਾ ਕਿ ਸਿੱਖ ਦੇ ਅੰਦਰ ਹਉਮੈ ਰਹੇ ਜੇ। ਵਿਚਾਰ ਚੱਲੀ ਸੀ, ਭਗਵਾਨ ਨੇ ਭਗਤ ਨੂੰ ਆਖਿਆ ਕਿ ਪੱਥਰ ਨੂੰ ਛੱਡ ਕੇ ਇੱਕ ਪਾਸੇ ਹੋ ਜਾ। ਜਦੋਂ ਭਗਤ ਪੱਥਰ ਨੂੰ ਛੱਡ ਕੇ ਇੱਕ ਪਾਸੇ ਹੋਇਆ ਨਾ, ਤੇ ਭਗਵਾਨ ਨੇ ਪੱਥਰ ਚੱਕ ਕੇ ਤੇ ਭਗਤ ਦੇ ਸਿਰ ਦੇ ਉੱਤੇ ਰੱਖ ਦਿੱਤਾ। ਭਗਤਾਂ ਦਾ ਭਗਵਾਨ ਨੂੰ ਮਾਰਾ ਆ ਕੀ ਕੀਤਾ, ਆ ਕੀ ਕੀਤਾ? ਭਗਵਾਨ ਕਹਿੰਦਾ ਭਗਤ ਨੂੰ ਤੂੰ 100 ਸਾਲ ਦੀ ਤਪੱਸਿਆ ਦਾ ਫਲ ਮੰਗਿਆ ਨਾ। ਆਖਿਆ ਪਰ ਫਲ ਆ ਕਿ ਪੱਥਰ ਮੇਰੇ ਸਿਰ ਤੇ ਰੱਖ ਦਿੱਤਾ। ਭਗਵਾਨ ਕਹਿੰਦਾ ਭਗਤ ਨੂੰ, ਪ੍ਰੇਮੀਆਂ ਤੂੰ 100 ਸਾਲ ਤੱਕ ਇਹ ਪੱਥਰ ਦੇ ਉੱਤੇ ਬੈਠ ਕੇ ਭਗਤੀ ਕੀਤੀ ਹੈ, ਇੰਜ ਕਰ ਕੀਤੀ ਨਾ ਪੱਥਰ ਦੇ ਉੱਤੇ ਬੈਠ ਕੇ 100 ਸਾਲ ਭਗਤੀ। ਮਾਫ ਕਰਨਾ ਇੰਜ ਕਰ, ਜਿਸ ਪੱਥਰ ਤੇ 100 ਸਾਲ ਬੈਠ ਕੇ ਭਗਤੀ ਕੀਤੀ ਨਾ, ਇਹ ਪੱਥਰ ਨੂੰ ਕਿੰਨੀ 100 ਸਾਲ ਤਕਲੀਫ ਹੋਈ ਹੋਏਗੀ। ਪਰਮੇਸ਼ਰ ਨੇ ਕਿਹਾ ਹੁਣ ਪੱਥਰ ਤੇਰੇ ਸਿਰ ਤੇ ਰੱਖਿਆ, ਇਸ ਕਰਕੇ ਤੇਰੀ ਤਪੱਸਿਆ ਦਾ ਫਲ ਦਿੱਤਾ ਹੈ। ਇੰਜ ਕਰ ਹੁਣ 100 ਸਾਲ ਤੂੰ ਇਹ ਪੱਥਰ ਨੂੰ ਸਿਰ ਤੇ ਚੱਕੀ ਰੱਖ। ਭਗਤ ਦੀਆਂ ਤਾਹਾਂ ਨਿਕਲ ਗਈਆਂ, ਮਹਾਰਾਜ ਮੈਂ ਕੁਛ ਨਹੀਂ ਕੀਤਾ, ਮੈਂ 100 ਸਾਲ ਚ ਪੈਦਾ ਕੀਤੀ ਤੇ ਹਉਮੈ ਕੀਤੀ,
ਭਗਤ ਭਗਵਾਨ ਦੇ ਚਰਨਾਂ 'ਚ ਟਹਿ ਪਿਆ। ਤਦੇ ਗੁਰੂ ਸਾਹਿਬ ਕਹਿੰਦੇ ਲੇਖੈ ਕਤੇ ਨਾ ਛੁਪੀਐ, ਖਿਣ ਖਿਣ ਭੂਲਣ ਹਾਰ, ਬਖਸ਼ਣ ਹਾਰ ਬਖਸ਼ਣਾ ਜਨ ਨਾਨਕ, ਪਾਰ ਉਤਾਰ ਮਹਾਂਪੁਰਖ ਕਿਆ ਕਰਦੇ ਸਣ। ਲੇਖਾ ਗੜਿਆ ਨਹੀਂ ਹੋਣਾ ਛੁਟਕਾਰਾ, ਕਿਰਪਾ ਕਰਕੇ ਤਾਰ ਲੈ